ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ ਪੂਰਨ ਪਰਮਾਨੰਦ। ਰਾਣਾ ਰਾਉ ਨਾ ਕੋ ਰਹੈ, ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਸੰਗਤ ਨੂੰ ਬੇਨਤੀ ਹੈ, ਮਨ ਇਕਾਗਰ ਕਰਕੇ ਬੈਠੀਏ। ਜਿਹੜੀ ਵਾਰੀ ਹਰੇਕ ਤੇ ਵਾਰੀ ਆਉਣੀ ਹੈ। ਅੱਜ ਆਪਾਂ ਇੱਥੇ ਬੈਠੇ ਹਾਂ, ਕਿਸੇ ਦਿਨ ਆਪਣੇ ਭੋਗ ਤੇ ਵੀ ਕਿਸੇ ਨੇ ਬੈਠੇ ਹੋਣੇ। ਸੋ ਆਓ ਇਕਾਗਰ ਮਨ ਕਰਕੇ ਬੈਠੀਏ ਤਾਂ ਜੋ ਲਾਹਾ ਲੈ ਸਕੇ। ਇੱਥੇ ਬੈਠਣੀ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣੀ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣੀ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣੀ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ।
ਇੱਥੇ ਬੈਠਣਾ ਕਿਸੇ ਨੇ ਰਹਿਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਬਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ, ਬੈਠਣਾ ਕਿਸੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਵਾਰੀ ਆਈ ਤੁਰ ਜਾਵਣਾ, ਵਾਰੀ ਆਈ ਤੁਰ ਜਾਵਣਾ। ਓ ਵਾਰੀ ਆਈ ਜੀ ਤੁਰ ਜਾਵਣਾ, ਹਾਂ ਵਾਰੀ ਆਈ ਜੀ ਤੁਰ ਜਾਵਣਾ। ਓ ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਤੁਰ ਜਾਵਣਾ, ਵਾਰੀ ਆਈ ਤੁਰ ਜਾਵਣਾ। ਓ ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਓ ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਹਾਂ ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਇੱਥੇ ਬੈਠਣਾ ਕਿਸੇ ਨੇ ਰਹਿਣਾ, ਵਾਰੀ ਆਈ ਤੁਰ ਜਾਵਣਾ। ਸਾਰੀ ਸੰਗਤ ਨੂੰ ਬੇਨਤੀ ਹੈ, ਨਾਮ ਜਪੀਏ, ਵਾਹਿਗੁਰੂ ਨਾਮ ਦੇ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ 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 ਜਪੋ ਰਾਣਾ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ
ਆਪੋ ਆਪਣੀ ਵਾਹਿਗੁਰੂ ਆਪਣੀ ਵਾਹਿਗੁਰੂ ਕੋਈ ਨਾ ਵਾਹਿਗੁਰੂ ਬੰਦੇ ਵਾਹਿਗੁਰੂ 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 ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਗੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਗੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਔਦ ਤੇਰੀ ਜੀ ਜਾਵੇ ਬੀਤ ਦੀ ਔਦ ਤੇਰੀ ਜੀ ਜਾਵੇ ਬੀਤ ਦੀ ਓ ਔਦ ਤੇਰੀ ਜੀ ਜਾਵੇ ਬੀਤ ਦੀ ਔਦ ਤੇਰੀ ਜੀ ਜਾਵੇ ਬੀਤ ਦੀ ਹਾਏ ਔਦ ਤੇਰੀ ਜੀ ਜਾਵੇ ਬੀਤ ਦੀ ਔਦ ਤੇਰੀ ਜੀ ਜਾਵੇ ਬੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਜਿਵੇਂ ਫੁੱਟੜੇ ਕੜੇ ਦਾ ਪਾਣੀ ਔਦ ਤੇਰੀ ਜਾਵੇ ਬੀਤ ਦੀ ਆਓ ਜਿੰਨੀ ਵੀ ਸੰਗਤ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠੀ ਹੈ ਸਾਰੇ ਜਾਣੇ ਗੱਜ ਵੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠੀਏ ਭਾਈ ਸਾਹਿਬ ਜੀ ਪਹਿਲਾਂ ਵੀ ਦੱਸਦੇ ਪਏ ਸਨ ਵੀ ਜੇ ਭੋਗ ਪਾਉਣਾ ਹੋਵੇ ਆਪਾਂ ਘਰ ਵੀ ਮਹਾਰਾਜ ਨੂੰ ਲਿਜਾ ਕੇ ਅਖੰਡ ਪਾਠ ਸਾਹਿਬ ਕਰਾਈਏ ਤੇ ਘਰ ਘਰ ਦੇ ਜੀ ਹੋਣ ਤੇ ਆਪਾਂ ਭੋਗ ਪਾ ਲਈਏ ਸਾਡੇ ਪੁਰਾਣੇ ਬਜ਼ੁਰਗਾਂ ਦੀ ਇਹ ਸੋਚ ਸੀ ਵੀ ਪ੍ਰਾਣੀ ਜਿਹੜਾ ਚਲੇ ਗਿਆ ਉਹ ਤਾਂ ਚਲੇ ਗਿਆ ਪਰ ਤੂੰ ਵੀ ਲਾਹਾ ਲੈ ਕੋਈ ਸਿੱਖ ਕਿਉਂ ਕੀਤੇ ਗਏ ਇਹੋ ਜਿਹੇ ਪ੍ਰੋਗਰਾਮ ਵੀ ਤੈਨੂੰ ਸਿੱਖਿਆ ਆਵੇ ਜਿਹੜਾ ਤਾਂ ਚਲੇ ਗਿਆ ਜੱਗ ਤੋਂ ਉਹਨੇ ਮੁੜ ਕੇ ਥੋੜਾ ਆਉਣਾ ਇਹ ਆਪਣੇ ਵਾਸਤੇ ਆ ਜਿਹੜੇ ਆਪਾਂ ਜਿਉਂਦੇ ਆ ਜਿਉਂਦਿਆਂ ਵਾਸਤੇ ਸਾਰਾ ਕੁਝ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਤ ਵਿਹਾਦ ਹੈ ਫੂਟੇ ਕੱਟ ਜਿਉ ਕਹਿੰਦੇ ਜਿਵੇਂ ਘੜਾ ਥੋੜਾ ਜਿਹਾ ਟੁੱਟ ਜੇ ਨਾ ਥੋੜਾ ਪਾਣੀ ਉਹ ਚੋਂ ਵਗਦਾ ਰਵੇ ਆਖਰ ਨੂੰ ਇੱਕ ਦਿਨ ਉਹ ਖਾਲੀ ਹੋ ਜਾਂਦਾ ਇਦਾਂ ਹੀ ਤੇਰੇ ਸਵਾਸ ਥੋੜੇ ਵਗਦੇ ਰਹਿੰਦੇ ਨੇ ਰੋਜ਼
ਜਿੰਨਾ ਕੁ ਤੇਰੇ ਅੰਦਰ ਸਵਾਸਾਂ ਦਾ ਪਾਣੀ ਉਹ ਦਾਤੇ ਨੇ ਬਖਸ਼ਿਆ, ਉਹਨਾਂ ਕੁ ਜਿੱਦਣ ਖਾਲੀ ਹੋ ਗਿਆ ਉਦਣ ਫਿਰ ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ। ਫਿਰ ਉਦਣ ਹੱਥ ਮੁੜਨ ਲੱਗ ਜਾਣੇ ਨੇ, ਰੰਗ ਕਾਲਾ ਹੋ ਜਾਣਾ। ਤੇ ਫਿਰ ਆਪਾਂ ਵੇਖਿਆ ਨਾ, ਜਿਹਦੇ ਪ੍ਰਾਣ ਨਿਕਲਦੇ ਨੇ ਉਹਦੀਆਂ ਅੱਖਾਂ ਇੱਕੋ ਦਾ ਮੈਂ ਜਿਵੇਂ ਉਹਨੂੰ ਕੋਈ ਝਟਕਾ ਲੱਗਿਆ ਹੁੰਦਾ ਉਵੇਂ ਖੁੱਲੀਆਂ ਹੁੰਦੀਆਂ ਨੇ, ਕਿਉਂਕਿ ਉਹ ਵੇਖਦਾ ਵੀ ਅਜਰਾਇਲ ਫਰਿਸ਼ਤਾ ਆ ਗਿਆ ਮੈਨੂੰ ਲੈਣ। ਫਿਰ ਆਪਾਂ ਉਹਦੀਆਂ ਅੱਖਾਂ ਬੰਦ ਕਰ ਦਿੰਦੇ ਆ ਵੀ ਹੁਣ ਤੂੰ ਚਲੇ ਗਿਆ। ਇਹ ਸਾਰਿਆਂ ਨਾਲ ਹੀ ਹੋਣਾ ਹੈ। ਪਰ ਆਪਾਂ ਵੇਖੋ ਇੱਥੇ ਬੈਠੇ ਸਿਰ ਤਾਂ ਮਾਰੀ ਜਾਂਦੇ ਆ, ਆਪਣਾ ਹਾਲ ਇੱਕ ਕਬੂਤਰਾਂ ਵਰਗਾ ਹਾਲ ਹੈ ਆਪਣਾ। ਇੱਕ ਕਬੂਤਰ, ਇੱਕ ਸ਼ਿਕਾਰੀ ਆਵੇ ਕਰੇ, ਰੋਜ਼ ਕਬੂਤਰਾਂ ਨੂੰ ਫੜ ਕੇ ਲੈ ਜਾਇਆ ਕਰੇ। ਇੱਕ ਭਲੇ ਮਾਨਸ ਬੰਦੇ ਨੇ, ਹੈਲੋ, ਇੱਕ ਭਲੇ ਮਾਨਸ ਬੰਦੇ ਨੇ ਦੇਖਿਆ ਵੀ ਰੋਜ਼ ਕਬੂਤਰਾਂ ਨੂੰ ਫੜ ਕੇ ਲੈ ਜਾਂਦਾ ਸ਼ਿਕਾਰੀ, ਮੈਂ ਕਬੂਤਰਾਂ ਨੂੰ ਬਚਾਵਾਂ। ਤਾਂ ਭਲੇ ਮਾਨਸ ਬੰਦਾ ਗਿਆ ਜਦੋਂ ਕਬੂਤਰਾਂ ਦੇ ਕੋਲ, ਕਹਿੰਦਾ ਕਬੂਤਰੋ ਮੇਰੀ ਗੱਲ ਸੁਣੋ ਇੱਕ। ਕਹਿੰਦਾ ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਲਾਏਗਾ ਤੇ ਫੜ ਕੇ ਲੈ ਜਾਏਗਾ, ਤੁਸੀਂ ਦਾਣਾ ਨਹੀਂ ਚੁਗਣਾ। ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਲਾਏਗਾ, ਤੁਹਾਨੂੰ ਫੜ ਕੇ ਲੈ ਜਾਏਗਾ, ਦਾਣਾ ਨਹੀਂ ਚੁਗਣਾ। ਕਬੂਤਰ ਉਹਦੀ ਗੱਲ ਸੁਣ ਕੇ ਰੋਜ਼ ਕਰੀ ਜਾਂਦੇ ਨੇ, ਸ਼ਿਕਾਰੀ ਆਏਗਾ, ਜਾਲ ਲਾਏਗਾ, ਦਾਣਾ ਪਾਏਗਾ, ਆਪਾਂ ਦਾਣਾ ਨਹੀਂ ਚੁਗਣਾ। ਰੋਜ਼ ਇੱਕੋ ਹੀ ਗੱਲ ਰੱਟੀ ਜਾਂਦੇ ਨੇ, ਰੋਜ਼। ਆਪਾਂ ਵੀ ਇਹ ਗੱਲ ਮੋੜਾਂ ਤੇ ਖੜ ਕੇ ਰੜ ਦਿੰਦੇ ਆ, ਭਾਈ ਇੱਥੇ ਕਿਹੜਾ ਸਦਾ ਰਹਿਣਾ, ਨਾਮ ਜਪਿਆ ਕਰੋ। ਇੱਕ ਦੂਜੇ ਨੂੰ ਕਹਿ ਕੇ ਆਪਾਂ ਵੱਡੇ ਬ੍ਰਹਮ ਗਿਆਨੀ ਬਣ ਕੇ ਨਾਲ ਦੀ ਨਾਲ ਘਰ ਜਾ ਕੇ ਨਹੀਂ ਪਤਾ, ਜਾ ਕੇ ਬੋਤਲ ਨੂੰ ਖੋਲ ਲੈਂਦਾ ਬੰਦਾ, ਮੰਨਦਾ ਨਹੀਂ ਨਾ। ਕਬੂਤਰਾਂ ਵਾਲਾ ਹਾਲ ਹੈ। ਉਹ ਕਬੂਤਰ ਰੋਜ਼ ਕਰੀ ਜਾਇਆ ਕਰਨ। ਪਰ ਇੱਕ ਦਿਨ ਜਦੋਂ ਸ਼ਿਕਾਰੀ ਆਇਆ, ਉਹਨੇ ਜਾਲ ਲਾਤਾ, ਦਾਣਾ ਪਾਤਾ ਤੇ ਕਬੂਤਰਾਂ ਨੂੰ ਫੜ ਲਿਆ। ਤੇ ਜਾਲ ਦੇ ਵਿੱਚ ਫਸੇ ਕਬੂਤਰ ਕਰੀ ਜਾਂਦੇ ਨੇ, ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਲਾਏਗਾ ਤੇ ਫੜ ਕੇ ਲੈ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਹਾਲ ਆਪਣਾ ਹੈ। ਫੜ ਕੇ ਵੀ ਲੈ ਜਾਣਾ ਆਪਾਂ ਨੂੰ, ਪਰ ਆਪਾਂ ਨਹੀਂ ਮੰਨਦੇ। ਆਪਾਂ ਵੇਖੋ ਜਿੱਥੇ ਕਬਰਿਸਤਾਨ ਹੈ ਨਾ, ਬੰਦਾ ਉਧਰੋਂ ਡਰਦਾ ਲੰਘਦਾ ਨਹੀਂ। ਕਿਉਂ ਨਹੀਂ ਲੰਘਦਾ? ਵੀ ਕਿਤੇ ਖਬਰੇ ਕੋਈ ਮੈਨੂੰ ਲੈ ਹੀ ਨਾ ਜਾਵੇ ਇੱਧਰ ਨੂੰ। ਪਰ ਨਹੀਂ, ਗੌਰ ਨੇ ਮਾਣੀ ਛੱਡ ਕਰੇ ਨੇ ਕਰਿਆ ਘਰ ਆਓ। ਉੱਥੋਂ ਤਾਂ ਰੋਜ਼ ਆਵਾਜ਼ ਆਉਂਦੀ ਹੈ ਵੀ ਜਿੱਥੇ ਤੂੰ ਰਹਿਣਾ ਇਹ ਤੇਰਾ ਘਰ ਨਹੀਂ, ਇਹ ਤੇਰਾ ਘਰ ਹੈ। ਉਹ ਬੇਕਰਿਆ ਕਰ ਆ ਜਾ, ਕਬਰਾਂ ਉਡੀਕਦੀਆਂ, 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 ਬੇਕਰਿਆ ਕਰ ਆ ਜਾ, ਕਬਰਾਂ ਉਡੀਕਦੀਆਂ। ਓਏ ਬੇਕਰਿਆ ਕਰ ਆ ਜਾ, 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 ਬੇਕਰਿਆ ਕਰ ਆ ਜਾ। ਓਏ ਬੇਕਰਿਆ ਕਰ ਆ ਜਾ, 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 ਬੇਕਰਿਆ ਕਰ ਆ ਜਾ। ਓਏ ਬੇਕਰਿਆ ਕਰ ਆ ਜਾ, ਕਬਰਾਂ ਉਡੀਕਦੀਆਂ, 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 ਬੇਕਰਿਆ ਕਰ ਆ ਜਾ, ਕਬਰਾਂ ਉਡੀਕਦੀਆਂ। ਗੌਰ ਨਿਮਾਣੀ ਸੱਦ ਕਰੈ ਨਿਕਰਿਆ ਘਰ ਆਓ। ਹਰੇਕ ਚੀਜ਼ ਦੇ ਵਿੱਚੋਂ ਆਵਾਜ਼ ਆਉਂਦੀ ਹੈ। ਜੇ ਗੁਰੂ ਘਰ ਹੈ, ਗੁਰੂ ਘਰ ਤੋਂ ਇੱਕੋ ਹੀ ਆਵਾਜ਼ ਆਉਂਦੀ ਰਹਿੰਦੀ ਹੈ। ਰੋਜ਼ ਸ਼ਾਮ ਸਵੇਰੇ ਭਈ ਪ੍ਰਾਪਤ ਮਾਨਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਮਹਾਰਾਜ ਤਾਂ ਕਹਿੰਦੇ ਗੋਬਿੰਦ ਨੂੰ ਮਿਲਣਾ ਹੈ, ਪਰ ਆਪਾਂ ਅਰਦਾਸਾਂ ਕਰਦੇ ਨੇ ਸੱਚੇ ਪਾਤਸ਼ਾਹ ਡਾਲਰਾਂ ਨੂੰ ਮਿਲਾ, ਸਾਡਾ ਮੁੰਡਾ ਅਮਰੀਕਾ ਜਾਵੇ, ਸਾਡਾ ਮੁੰਡਾ ਕੈਨੇਡਾ ਜਾਵੇ, ਸਾਨੂੰ ਡਾਲਰ ਮਿਲਣ। ਪਰ ਨਹੀਂ ਸੰਗਤੇ, ਆਪਣਾ ਮਨ ਮੰਨਦਾ ਨਹੀਂ ਨਾ।
ਆਪਣਾ ਮਨ ਉਸ ਨਾਮ ਨੂੰ ਮੰਨਦਾ ਕੋਈ ਨਹੀਂ ਵੀ ਨਾਮ ਸਾਡਾ ਅਸਲ ਧਨ ਹੈ। ਇੱਕ ਬਜ਼ੁਰਗ ਨੌਜਵਾਨ ਬੱਚੇ ਨੂੰ ਕਹਿੰਦਾ ਤੂੰ ਨਾਮ ਜਪਿਆ ਕਰ। ਕਹਿੰਦਾ ਜਿਹੜਾ ਨਾਮ ਜਪਦਾ ਹੈ, ਉਹ ਵੀ ਪਛਤਾਏਗਾ, ਜਿਹੜਾ ਨਹੀਂ ਜਪਦਾ ਉਹ ਤਾਂ ਪਛਤਾਏਗਾ ਹੀ ਪਛਤਾਏਗਾ। ਤਾਂ ਉਹ ਸਿੰਘ ਕਹਿੰਦਾ ਬਜ਼ੁਰਗ ਨੂੰ, ਕਹਿੰਦਾ ਬਾਬਾ ਜੀ ਇਹ ਕੀ ਗੱਲ ਬਣੀ, ਜਪਣ ਵਾਲਾ ਕਿਉਂ ਪਛਤਾਵੇ? ਜਪਣ ਵਾਲੇ ਦੀ ਕੋਈ ਗਲਤੀ ਨਹੀਂ, ਉਹ ਤਾਂ ਸਗੋਂ ਜਪ ਰਿਹਾ ਮਾਲਕ ਨੂੰ। ਉਹ ਕਹਿੰਦਾ ਜਿਹੜਾ ਨਹੀਂ ਜਪਦਾ ਉਹਨੇ ਤਾਂ ਪਛਤਾਉਣਾ ਹੀ ਪਛਤਾਉਣਾ ਹੈ, ਜਪਣ ਵਾਲੇ ਨੇ ਤਾਂ ਪਛਤਾਉਣਾ ਹੈ ਜਦੋਂ ਉਹਨੂੰ ਮੁੱਲ ਪਤਾ ਲੱਗੇਗਾ ਵੀ ਨਾਮ ਦਾ ਇੰਨਾ ਮੁੱਲ ਸੀ, ਮੈਂ ਹੋਰ ਜਪਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਲੰਘਦਾ ਜਾਂਦਾ ਲੰਘਦਾ ਜਾਂਦਾ ਲੰਘਦਾ ਜਾਂਦਾ, ਪਰ ਇਨਸਾਨ ਸਮਝਦਾ ਨਹੀਂ। ਇੱਕ ਦੂਜੇ ਵੱਲ ਵੇਖਦੇ ਰਹਿੰਦੇ ਆ, ਫਲਾਣੇ ਦੀ ਕੋਠੀ ਫਲਾਣੇ ਦੀ ਕੋਠੀ, ਉਹਨੇ ਇਦਾਂ ਕਰ ਲਿਆ, ਉਹਨੇ ਕਾਰ ਲਿਆਉਂਦੀ, ਪਰ ਨਹੀਂ ਇਹ ਵੇਖੋ ਵੀ ਉਹ ਨਾਮ ਕਿੰਨਾ ਜਪਦਾ, ਉਹ ਦਾਤੇ ਨੂੰ ਕਿੰਨਾ ਯਾਦ ਕਰਦਾ, ਉਹ ਚ ਗੁਣ ਕਿੰਨੇ ਨੇ। ਕਬੀਰ ਕੋਠੇ ਮੰਡਪ ਮਾੜੀਆਂ, ਕਬੀਰ ਕੋਠੇ ਮੰਡਪ ਮਾੜੀਆਂ, ਉਸਾਰ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਵਾਹ ਜੀ ਵਾਹ। ਭਗਤ ਕਬੀਰ ਜੀ ਕਹਿੰਦੇ ਕੋਠੇ ਕੋਠੀਆਂ ਮੰਡਪ ਮਾੜੀਆਂ ਬਣਾਉਂਦਾ ਰਿਹਾ, ਪਰ ਕੂੜਾ ਸੌਦਾ ਹੈ, ਕੋਈ ਫਾਇਦਾ ਨਹੀਂ ਹੋਇਆ। ਆਖਰ ਨੂੰ ਜਾ ਕੇ ਗੋਰ 'ਚ ਹੀ ਲੰਮਾ ਪੈ ਗਿਆ। ਜਾਣਾ ਤਾਂ ਉੱਥੇ ਕਬਰਸਤਾਨ 'ਚ ਹੀ ਹੈ ਨਾ, ਅਸਲ ਘਰ ਤਾਂ ਹੋਈ ਹੈ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਤੈਂ ਵੀ ਤੁਰ ਜਾਣਾ, ਤੈਂ ਵੀ ਤੁਰ ਜਾਣਾ, ਤੁਰ ਜਾਣਾ, ਤੈਂ ਵੀ ਤੁਰ ਜਾਣਾ, ਤੈਂ ਵੀ ਤੁਰ ਜਾਣਾ, ਤੈਂ ਵੀ ਤੁਰ ਜਾਣਾ। ਬਾਹਰ ਖੜ ਕੇ ਨਾ ਕੋਠੀ ਨੂੰ ਵੇਂਦਾ, ਰੋਜ਼ ਵੇਂਦਾ ਮੇਰੀ ਕੋਠੀ ਇਹੋ ਜੀ, ਮੇਰੀ ਕੋਠੀ ਇਹੋ ਜੀ, ਪਰ ਨਹੀਂ, ਕੋਈ ਕੋਠੀ ਚੋਂ ਬਾਹਰ ਕੱਢ ਦਿੰਦੇ ਨੇ, ਚੱਲ ਬਾਹਰ ਬਈ। ਕੋਈ ਮਰੇ ਨੂੰ ਰੱਖਦਾ ਕੋਠੀ 'ਚ, ਕਰੋੜ ਰੁਪਏ ਦੀ ਕੋਠੀ ਪਾਈਏ, ਕੋਈ ਰੱਖਦਾ ਵੀ ਬਾਪੂ ਮਰ ਗਿਆ, ਚੜ੍ਹਾਈ ਕਰ ਗਿਆ, ਇਹਨੂੰ ਇੱਥੇ ਹੀ ਰੱਖ ਲਈਏ, ਇੱਥੇ ਹੀ ਦੱਬ ਦਈਏ, ਇੱਥੇ ਸੰਸਕਾਰ ਕਰ ਦਈਏ। ਨਹੀਂ, ਕਹਿੰਦੇ ਨੇ ਭੂਤ ਬਣ ਕੇ ਡਰਾਏਗਾ, ਇਹਨੂੰ ਬਾਹਰ ਕੱਢ ਦੋ। ਉੱਚੇ ਮੰਦਰ ਨਾ ਵੇਖ, ਬਾਜੀ ਹਾਰ ਜਾਵੇਗਾ। 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 ਮੰਦਰ ਨਾ ਵੇਖ, ਬਾਜੀ ਹਾਰ ਜਾਵੇਗਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਹੇ ਦੁਨੀਆ ਜਾਂਦੀ, ਇੱਕ ਦਿਨ ਤੈਂ ਵੀ ਤੁਰ ਜਾਣਾ। ਰਾਹੇ ਦੁਨੀਆ ਜਾਂਦੀ, ਇੱਕ ਦਿਨ
ਸਾਰੇ ਤੁਰ ਜਾਣਾ। ਬੰਦਾ ਬਾਹਰ ਖੜ ਕੇ ਕੋਠੀ ਨੂੰ ਵੇਖਦਾ ਰਹਿੰਦਾ ਹੈ ਵੀ ਮੇਰੇ ਏਡੀ ਵੱਡੀ ਕੋਠੀ ਵੇਖੋ, 3.5 ਮਣ ਦੇਹਰੀ, ਚੱਲੇ ਪਾਣੀ ਅੰਨ। ਆਇਓ ਬੰਦਾ ਦੁੜੀ ਵਿੱਚ ਵੱਤ ਸੁਣੀ ਬੰਨ। ਕਹਿੰਦੇ ਬੰਦਾ ਦੁਨੀਆ 'ਚ ਆਇਆ ਹੈ, ਵੱਡੀਆਂ ਵੱਡੀਆਂ ਛਾਵਾਂ ਲੈ ਕੇ ਆਇਆ, ਮੈਂ ਆ ਵੀ ਕਰਾਂ ਆ ਵੀ ਕਰਾਂ, ਪਰ ਨਹੀਂ, ਮਲਕਲ ਮੌਤ ਜਾਪ ਸੀ ਸਭ ਦਰਵਾਜ਼ੇ ਭੰਨ। ਕਹਿੰਦੇ ਜਦੋਂ ਮੌਤ ਦਾ ਫਰਿਸ਼ਤਾ ਆਉਂਦਾ ਨਾ, ਸਾਰੇ ਦਰਵਾਜ਼ੇ ਭੰਨ ਕੇ ਅੰਦਰ ਆ ਜਾਂਦਾ, ਉਹਨੂੰ ਨਹੀਂ ਕੋਈ ਰੋਕ ਸਕਦਾ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਸਿਦਰ ਗਿਆ ਹੈ ਕੰਮ। ਜਿਹੜੇ ਅਮਲ ਕੀਤੇ ਨੇ ਉਹੀ ਬਸ ਕੰਮ ਆਉਣੇ ਨੇ। ਚੰਗੇ ਨੂੰ ਧਰਮਰਾਜੇ ਨੇ ਵੀ ਸਲਾਉਣਾ, ਜੇ ਤੂੰ ਮਾੜਾ ਹੋਏਗਾ ਚੁੱਕ ਕੇ ਨਰਕਾਂ ਸੁੱਟ ਦੇਣਗੇ। 84 ਲੱਖ ਜੂਨਾ ਭੋਗਦਾ ਫਿਰੇਗਾ, 750 ਕਰੋੜ ਸਾਲ ਲੱਗ ਜਾਂਦੇ ਨੇ 84 ਭੋਗਦਿਆਂ। ਆਪਾਂ ਤਾਂ ਕਿਸੇ ਨੇ 50 ਸਾਲ ਵੇਖੇ ਨੇ, 60 ਸਾਲ ਵੇਖੇ ਨੇ, 70 ਸਾਲ ਵੇਖੇ ਨੇ, ਸਮਾਂ ਵੇਖ ਲਓ ਕਿਵੇਂ ਲੰਘਦਾ, ਪਰ 750 ਕਰੋੜ ਸਾਲ ਲੱਗਦੇ ਨੇ ਮਨੁੱਖ ਦੇ ਮਿਲਣ ਨੂੰ। ਪਰ ਬੰਦਾ ਸਮਝਦਾ ਨਹੀਂ, ਬੰਦੇ ਦਾ ਧਿਆਨ ਕੀ ਹੈ? ਸਿਰਫ ਪੈਸਾ। ਬੰਦਾ ਹਰੇਕ ਚੀਜ਼ ਦਾ ਨਸ਼ਾ ਮੰਗਦਾ, ਪੈਸੇ ਦਾ ਵੀ ਵੱਖਰਾ ਨਸ਼ਾ ਹੈ, ਗੱਡੀ 'ਚ ਬੈਠ ਰਿਹਾ ਤਾਂ ਵੀ ਵੱਖਰਾ ਨਸ਼ਾ ਹੈ। ਜਿਹੜਾ ਸਵੇਰ ਜਾਂ ਸ਼ਾਮ ਨੂੰ ਕੋਈ ਠੇਕੇ ਤੇ ਜਾਂਦਾ, ਉਹ ਵੀ ਨਸ਼ੇ ਵਾਸਤੇ ਜਾ ਰਿਹਾ। ਕਈ ਗੋਲੀਆਂ ਖਾ ਕੇ ਉੱਠਦੇ ਨੇ, ਉਹ ਵੀ ਨਸ਼ੇ ਵਾਸਤੇ, ਸਿਰਫ ਨਸ਼ੇ ਵਾਸਤੇ। ਪਰ ਨਸ਼ਾ ਭਗਤ ਜਨ ਵੀ ਕਰਦੇ ਨੇ, ਉਹ ਪਰਮਾਤਮਾ ਦੇ ਨਾਂ ਦਾ। ਤੁਸੀਂ ਰੋਜ਼ ਬਾਣੀ ਪੜ੍ਹਨ ਲੱਗ ਜਾਓ, ਬਾਣੀ ਪੜ੍ਹਦਿਆਂ ਇਹੋ ਜਿਹਾ ਨਸ਼ਾ ਹੋਣ ਲੱਗ ਜਾਏਗਾ। ਜੇ ਤੁਸੀਂ ਬਾਣੀ ਨਾ ਪੜ੍ਹੋਗੇ, ਤੁਹਾਨੂੰ ਇਦਾਂ ਲੱਗੇਗਾ ਵੀ ਅੱਜ ਕੁਛ ਕੀਤਾ ਨਹੀਂ। ਕਿਉਂ? ਉਸ ਦਾਤੇ ਨਾਲ ਲਿਵ ਜੁੜ ਜਾਏਗੀ। ਪਰ ਜਿਉਂਦਿਆਂ ਜੀ ਹੀ ਸਾਰਾ ਕੁਛ ਹੈ। ਜਿੰਨਾ ਚਿਰ ਸਰੀਰ ਦੇ ਵਿੱਚ ਜਾਨ ਹੈ, ਜੋ ਮਰਜ਼ੀ ਕਰ ਲਾ, ਭਗਵਾਨ ਬਣ ਜਾ, ਸ਼ੈਤਾਨ ਬਣ ਜਾ, ਤੇਰੇ ਹੱਥੇ। ਪਰ ਜਦੋਂ ਸਮਾਂ ਨਿਕਲ ਗਿਆ ਫਿਰ ਨਹੀਂ, ਫਿਰ ਤਾਂ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਫਿਰ ਪਿਆਰੇ ਭਰਾ ਵੀ ਅੱਗੇ ਲੈ ਜਾਂਦੇ ਨੇ ਬੰਨ ਕੇ, 4 ਲੱਗ ਜਾਂਦੇ ਨੇ ਵੀ ਚੱਲ ਵੀ ਇਹਨੂੰ ਛੱਡ ਆਈਏ, ਵੀ ਹੁਣ ਇਹ ਕਿਸੇ ਕੰਮ ਦਾ ਨਹੀਂ। ਜੀਂਦਿਆਂ ਹੀ ਸਾਰਾ ਕੁਛ, ਜੀਂਦਿਆਂ ਬੰਦਾ ਰੱਬ ਨੂੰ ਮਿਲ ਸਕਦਾ, ਪਰ ਮੌਤ ਤੋਂ ਕੋਈ ਵੀ ਨਹੀਂ ਭੱਜ ਸਕਦਾ। ਯੁਧਿਸ਼ਟਰ ਦੇ ਰਾਜ ਤੋਂ ਬਾਅਦ ਪਾਂਡਵਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਭਰਾ ਸੀ ਯੁਧਿਸ਼ਟਰ, ਉਹਦੇ ਰਾਜ ਤੋਂ ਬਾਅਦ ਇੱਕ ਰਾਜਾ ਹੋਇਆ, ਰਾਜਾ ਪ੍ਰੀਸ਼ਦ। ਅਭਿਮਨਯੂ ਦਾ ਪੁੱਤਰ ਸੀ ਰਾਜਾ ਪ੍ਰੀਸ਼ਦ। ਰਾਜਾ ਪ੍ਰੀਸ਼ਦ ਬੜਾ ਧਰਮੀ ਰਾਜਾ ਸੀ। ਉਦੋਂ ਕਲਯੁਗ ਨਹੀਂ ਸੀ ਆਇਆ। ਰਾਜਾ ਪ੍ਰੀਸ਼ਦ ਜੰਗਲ ਦੇ ਵਿੱਚ ਜਾ ਰਿਹਾ ਸ਼ਿਕਾਰ ਕਰਨ, ਸ਼ਿਕਾਰ ਕਰਦਾ ਜਾਂਦਾ ਹੈ। ਜਦੋਂ ਲੱਭਦਿਆਂ ਸ਼ਿਕਾਰ ਇੱਕ ਥਾਂ ਤੇ ਪਹੁੰਚਦਾ, ਉੱਥੇ ਦੇਖਦਾ ਹੈ ਵੀ ਇੱਕ ਬੰਦਾ ਗਾਂ ਨੂੰ ਖਾ ਰਿਹਾ, ਗਾਂ ਨੂੰ। ਹੁਣ ਹਿੰਦੂ ਧਰਮ ਦੇ ਵਿੱਚ ਗਾਂ ਖਾਣੀ ਬੜੀ ਮਾੜੀ ਮੰਨਿਆ ਜਾਂਦਾ। ਉਹ ਗਾਂ ਨੂੰ ਖਾ ਰਿਹਾ ਹੈ ਤਾਂ ਰਾਜਾ ਇੱਕੋ ਦਮ ਉਹਦੇ ਗਲ ਪੈ ਗਿਆ। ਕਹਿੰਦਾ ਇਹ ਕੀ ਕਰ ਰਿਹਾ ਪਾਪੀਆ? ਉਹ ਕਹਿੰਦਾ ਜੀ ਮੇਰਾ ਖਾਣਾ ਹੀ ਇਹ ਆ। ਕਹਿੰਦਾ ਕਿਉਂ, ਤੂੰ ਕੌਣ ਹੈ? ਕਹਿੰਦਾ ਜੀ ਮੈਂ ਆ ਕਲਯੁਗ, ਮੇਰਾ ਨਾਂ ਹੈ ਕਾਲ। ਉਹ ਕਹਿੰਦਾ ਫਿਰ ਇਹ ਗਾਂ ਨੂੰ ਛੱਡ ਦੇ ਤੇ ਮੇਰੇ ਰਾਜ ਤੋਂ ਬਾਹਰ ਚਲੇ ਜਾ। ਉਹ ਕਹਿੰਦਾ ਜੀ ਮੈਂ ਜਾ ਨਹੀਂ ਸਕਦਾ, ਹੁਣ ਮੇਰਾ ਸਮਾਂ ਆਉਣ ਵਾਲਾ ਹੈ। ਕਲਯੁਗ ਕਹਿੰਦਾ ਮੇਰੀ ਇੱਕ ਬੇਨਤੀ ਏ। ਕਹਿੰਦਾ ਤੁਸੀਂ ਰਾਜੇ ਜੇ, ਇਸ ਵਕਤ ਦੇ ਦੇਵਤੇ ਜੇ, ਮੇਰੀ ਇੱਕ ਬੇਨਤੀ, ਮੈਨੂੰ ਸ਼ਰਨ ਦਿਓ। ਹੁਣ ਮੇਰਾ ਸਮਾਂ ਆਉਣ ਵਾਲਾ ਹੈ, ਮੈਨੂੰ ਆਉਣ ਦੀ ਆਗਿਆ ਦਿਓ, ਮੈਨੂੰ ਆਪਣੇ ਰਾਜ ਵਿੱਚ ਰਹਿਣ ਦੀ ਆਗਿਆ ਦਿਓ। ਤਾਂ ਰਾਜਾ ਕਹਿੰਦਾ ਜੇ ਤੂੰ ਆਏਗਾ ਫਿਰ ਕੰਮ ਕੀ ਕਰੇਗਾ? ਉਹ ਕਹਿੰਦਾ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਧਾਵਾਂਗਾ, ਝੂਠ ਵਧਾਵਾਂਗਾ, ਪਾਪ ਵਧਾਵਾਂਗਾ। ਰਾਜਾ ਕਹਿੰਦਾ ਵੀ ਇਦਾਂ ਹੋ ਨਹੀਂ ਸਕਦਾ, ਤੂੰ ਇਦਾਂ ਨਾ ਕਰੀ। ਕਹਿੰਦਾ ਜੀ ਮੇਰਾ ਸਮਾਂ ਆਉਣ ਵਾਲਾ, ਮੈਨੂੰ ਰੱਬ ਵੱਲੋਂ ਹੁਕਮ ਹੈ। ਰਾਜਾ ਕਹਿੰਦਾ ਫਿਰ ਇਦਾਂ ਕਰੀ, ਜਿੱਥੇ ਪਰਮੇਸ਼ਰ ਦਾ ਨਾਮ ਹੋਏਗਾ ਉੱਥੇ ਤੂੰ ਜਾਣਾ ਨਹੀਂ, ਤੇ ਆਪਣਾ ਵਾਸ ਉੱਥੇ ਰੱਖੀ ਜਿੱਥੇ ਪਾਪ ਹੈ, ਜਿੱਥੇ ਜੂਆ ਹੈ, ਜਿੱਥੇ ਸ਼ਰਾਬਾਂ ਨੇ, ਜਿੱਥੇ ਕੋਈ ਨਸ਼ੇੜੀ ਹੈ, ਉੱਥੇ ਜਾਈ। ਵੇਖੋ ਕਲਯੁਗ ਆ ਜਾਂਦਾ ਨਾ, ਸ਼ਾਮ ਨੂੰ ਬੰਦੇ ਕੁੱਟਦੇ ਨੇ ਆਪਣੇ ਘਰ ਵਾਲੀਆਂ ਨੂੰ, ਬਦਮਾਸ਼ੀ ਵਿਖਾਉਂਦੇ ਨੇ ਵੀ ਅਸੀਂ ਹਾਂ, ਭਾਵੇਂ ਬਾਹਰ ਛਿੱਤਰ ਪੈਂਦੇ ਹੋਣ, ਘਰ ਜਾ ਕੇ ਕੁੱਟੀ ਜਾਏਗਾ ਔਰਤਾਂ ਨੂੰ। ਉੱਥੇ ਕਲਯੁਗ ਵਰਤ ਜਾਂਦਾ। ਕਲਯੁਗ ਕਹਿੰਦਾ ਇੱਕ ਮੇਰੀ ਬੇਨਤੀ ਹੈ ਜੀ, ਠੀਕ ਹੈ ਤੁਸੀਂ ਮੈਨੂੰ ਜਗ੍ਹਾ ਤੇ ਦੱਸਤੀਆਂ ਵੀ ਇੱਥੇ ਇੱਥੇ ਜਾਈ, ਪਰ ਮੇਰੀ ਇੱਕ ਹੋਰ ਬੇਨਤੀ ਹੈ। ਰਾਜਾ ਪ੍ਰੀਸ਼ਦ ਕਹਿੰਦਾ ਦੱਸ। ਕਹਿੰਦਾ ਜੀ ਮੈਂ ਸੋਨੇ ਦੇ ਵਿੱਚ ਜ਼ਰੂਰ ਵਾਸ ਕਰਨਾ, ਜਿੱਥੇ ਸੋਨਾ ਹੋਏਗਾ ਉੱਥੇ ਮੇਰਾ ਵਾਸ ਹੋਏਗਾ। ਰਾਜਾ ਕਹਿੰਦਾ ਚੱਲ ਕੋਈ ਗੱਲ ਨਹੀਂ, ਤੇਰੀ ਇੱਕ ਬੇਨਤੀ ਮੰਨ ਲਈ।
ਵੀ ਜਿੱਥੇ ਸੋਨਾ ਹੋਏਗਾ ਉੱਥੇ ਵਾਸ ਕਰ ਲਈ, ਕੋਈ ਗੱਲ ਨਹੀਂ। ਹੁਣ ਰਾਜਾ ਚਲੇ ਗਿਆ ਬਚਨ ਕਰਕੇ। ਜਦੋਂ ਅਗਲੇ ਦਿਨ ਸਵੇਰੇ ਦੁਬਾਰਾ ਸ਼ਿਕਾਰ ਨਹਾਉਣ ਲੱਗਾ, ਹੁਣ ਸੋਨੇ ਦਾ ਮੁਕਟ ਰਾਜੇ ਨੇ ਵੀ ਪਾਉਣਾ ਸੀ, ਉਹਨੇ ਮੁਕਟ ਪਾਇਆ ਤਾਂ ਕਾਲ ਵਰਤ ਗਿਆ, ਕਲਯੁਗ ਵਰਤ ਗਿਆ, ਉਹਦੇ ਤੇ ਦਿਮਾਗ ਖਰਾਬ ਹੋ ਗਿਆ। ਜਦੋਂ ਸ਼ਿਕਾਰ ਕਰਨ ਵਾਸਤੇ ਆਇਆ ਕਿ ਹਿਰਨ ਦੇ ਮਗਰ ਲੱਗ ਗਿਆ। ਹਿਰਨ ਦੇ ਮਗਰ ਲੱਗਿਆ ਜਾਂਦਾ ਹੈ, ਘੋੜਾ ਭਜਾਈ ਜਾਂਦਾ, ਹਿਰਨ ਲੱਭਦੀ ਨਹੀਂ। ਅੱਗੇ ਜਾ ਕੇ ਹਿਰਨ ਅਲੋਪ ਹੋ ਜਾਂਦੀ ਹੈ। ਜਦੋਂ ਹਿਰਨ ਅਲੋਪ ਹੋ ਗਈ ਤਾਂ ਰਾਜਾ ਪਹੁੰਚਿਆ ਇੱਕ ਰਿਸ਼ੀਆਂ ਦੇ ਕੁਟੀਆ ਦੇ ਕੋਲ। ਤਾਂ ਜਿੱਥੇ ਰਿਸ਼ੀਆਂ ਦੀ ਕੁਟੀਆ ਸੀ, ਉੱਥੇ ਇੱਕ ਰਿਸ਼ੀ ਚੌਂਕੜਾ ਮਾਰ ਕੇ ਬੈਠਾ, ਇੱਕ ਸਾਧੂ ਚੌਂਕੜਾ ਮਾਰ ਕੇ ਬੈਠਾ। ਚੌਂਕੜਾ ਮਾਰੇ ਸਾਧੂ ਨੂੰ ਪੁੱਛਦਾ ਹੈ, ਕਹਿੰਦਾ ਬਾਬਾ ਜੀ ਇੱਕ ਹਿਰਨ ਇੱਧਰ ਨੂੰ ਗਈ ਏ, ਉਹ ਤੁਸੀਂ ਵੇਖੀਏ? ਹੁਣ ਸਾਧੂ ਉਹਦੇ ਵੱਲ ਵੇਖਦਾ ਵੀ ਕੋਈ ਨਹੀਂ। ਸਾਧੂ ਉਹਦੇ ਵੱਲ ਵੇਖਿਆ ਵੀ ਨਾ, ਰਾਜਾ ਫਿਰ ਆਵਾਜ਼ਾਂ ਮਾਰੀ ਜਾਏ, ਕਹਿੰਦਾ ਬਾਬਾ ਜੀ ਇੱਕ ਗੱਲ ਦੱਸੋ, ਇੱਧਰ ਹਿਰਨ ਗਈ ਏ, ਮੈਨੂੰ ਦੱਸੋ ਕਿੱਧਰ ਨੂੰ ਗਈ ਏ, ਤੁਸੀਂ ਵੇਖੀਏ? ਸਾਧੂ ਬੋਲੇ ਨਾ। ਜਦੋਂ 4-5 ਵਾਰੀ ਪੁੱਛ ਲਿਆ ਤਾਂ ਸੋਨੇ ਦਾ ਮੁਕਟ ਪਾਇਆ ਸੀ, ਆਪ ਹੀ ਬਚਨ ਦਿੱਤਾ ਸੀ ਇੱਕ ਦਿਨ ਪਹਿਲਾਂ ਵੀ ਤੂੰ ਸੋਨੇ 'ਚ ਵਾਸ ਕਰ ਸਕਦਾ ਹੈ। ਬਸ ਦਿਮਾਗ ਘੁੰਮ ਗਿਆ, ਉੱਥੇ ਕਲਯੁਗ ਵਰਤ ਗਿਆ। ਕਹਿੰਦਾ ਰਾਜਾ ਕਹਿੰਦਾ ਰਿਸ਼ੀ ਨੂੰ, ਉਹਨੂੰ ਮੰਦਾ ਚੰਗਾ ਬੋਲ ਕੇ ਚੰਗਾ ਉਹਨੂੰ ਗੱਲਾਂ ਸੁਣਾਈਆਂ, ਰਿਸ਼ੀ ਨੂੰ ਬੁਰਾ ਭਲਾ ਬੋਲਿਆ। ਤਾਂ ਕੋਲ ਨੇ ਇੱਕ ਸੱਪ ਮਰਿਆ ਪਿਆ ਸੀ। ਸੱਪ ਮਰਿਆ ਪਿਆ ਤਾਂ ਉਹ ਗਲ 'ਚ ਚੱਕ, ਜਿਹੜਾ ਸੱਪ ਸੀ ਉਹਨੇ ਤੀਰ ਨਾਲ ਚੁੱਕ ਕੇ ਰਿਸ਼ੀ ਦੇ ਗਲ 'ਚ ਪਾਤਾ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸੀ ਹੀ ਕੋ ਫਿਰ ਖਾਏ। ਉਹ ਰਾਜੇ ਨੇ ਵੀ ਨੇ ਵੇਖਿਆ ਰਿਸ਼ੀ ਹੈ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਬਣ ਕੇ ਨਾਗਣੀ ਲੜ ਗਈ, ਮਨ ਮੁਖ ਬੰਦਿਆਂ ਦੇ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਉਹਨੂੰ ਹੀ ਖਾਣ ਲੱਗ ਜਾਂਦੀ ਜਿਹੜਾ ਇਹਦੇ ਸੇਵਾ ਕਰਨ ਲੱਗ ਜਾਂਦਾ। ਰਾਜੇ ਨੇ ਗਲ 'ਚ ਸੱਪ ਪਾਤਾ। ਆਪਣੇ ਨੇੜੇ ਦੀ ਘਟਨਾ ਹੈ, ਰਾਜੇ ਦੀ ਗੱਲ ਤਾਂ ਦੂਰ ਦੀ ਏ, ਆ ਥੋੜੇ 2-3 ਮਹੀਨਿਆਂ ਦੀ ਘਟਨਾ ਹੈ। ਇੱਕ ਬੰਦਾ ਆਪਣੀ ਅੰਨੀ ਮਾਤਾ ਨੂੰ ਗੁਰਦੁਆਰੇ ਛੱਡ ਗਿਆ, ਬਾਹਰ ਟੇਬਲ ਤੇ ਬਿਠਾ ਗਿਆ। ਮਾਤਾ ਨੂੰ ਕਹਿੰਦਾ ਮਾਤਾ ਮੈਂ ਬਾਜ਼ਾਰ ਜਾਵਾਂ ਤੇ ਮੈਂ ਆ ਜਾਣਾ, ਤੂੰ ਇੱਥੇ ਬੈਠ। ਤਕਰੀਬਨ 2 ਵਜੇ ਦੇ ਨੇੜੇ ਤੇੜੇ ਛੱਡ ਕੇ ਗਿਆ। ਜਦੋਂ ਛੱਡ ਕੇ ਚਲੇ ਗਿਆ ਤਾਂ ਜਦੋਂ 4-5 ਵੱਜ ਗਏ, ਗੁਰਦੁਆਰੇ ਜਿਹੜਾ ਗ੍ਰੰਥੀ ਸਿੰਘ ਸੀ ਉਹ ਵੇਖਦਾ ਰਿਹਾ ਵੀ ਇਹ ਮਾਤਾ ਕਿੱਥੇ ਬੈਠੀ, ਇਹਨੂੰ ਕੋਈ ਲੈਣ ਨਹੀਂ ਆਇਆ। ਤਾਂ ਉਹਨੇ ਜਾ ਕੇ ਪੁੱਛਿਆ ਗ੍ਰੰਥੀ ਸਿੰਘ ਨੇ, ਕਹਿੰਦਾ ਮਾਤਾ ਤੂੰ ਕਿੱਥੋਂ ਆਈ ਏ, ਤੂੰ ਕੌਣ ਏ, ਤੈਨੂੰ ਲੈਣ ਨਹੀਂ ਆਇਆ ਕੋਈ, ਕਿਵੇਂ ਬੈਠੀ ਏ ਤੂੰ ਇੱਥੇ?
ਤਾਂ ਮਾਤਾ ਕਹਿੰਦੀ ਮੇਰਾ ਪੁੱਤਰ ਬਾਜ਼ਾਰ ਗਿਆ, ਉਹ ਆ ਜਾਂਦਾ ਹੈ ਥੋੜੇ ਟਾਈਮ ਨੂੰ ਤੇ ਅਸੀਂ ਚਲੇ ਜਾਂਦੇ ਹਾਂ। ਉਹ ਗ੍ਰੰਥੀ ਸਿੰਘ ਕਹਿੰਦਾ ਮੈਨੂੰ ਲੱਗਦਾ ਤੇਰਾ ਪੁੱਤਰ ਤੈਨੂੰ ਛੱਡ ਗਿਆ। ਮਾਤਾ ਤੂੰ ਸੱਚ ਦੱਸ ਕਿੱਥੋਂ ਆਈ ਹੈ? ਮਾਤਾ ਦੱਸੇ ਨਾ। ਜਦੋਂ ਮਾਤਾ ਨੇ ਦੱਸਿਆ ਨਾ, ਮਾਤਾ ਕਹਿੰਦੀ ਆ ਜਾਏਗਾ, ਕੋਈ ਗੱਲ ਨਹੀਂ, ਇੱਥੇ ਹੀ ਬਾਜ਼ਾਰ 'ਚ ਗਿਆ। ਤਾਂ ਸਮਾਂ ਨਿਕਲਦਾ ਗਿਆ। ਗ੍ਰੰਥੀ ਸਿੰਘ ਕਹਿੰਦਾ ਮੈਂ ਇੱਥੇ ਹੀ ਆ ਮਾਤਾ, ਮੈਂ ਤੈਨੂੰ ਫੇਰ ਪੁੱਛ ਲਾਂਗਾ ਵੀ ਮੈਨੂੰ ਨਹੀਂ ਲੱਗਦਾ ਤੇਰਾ ਪੁੱਤਰ ਆਏਗਾ। ਉਹ ਫੇਰ ਗ੍ਰੰਥੀ ਸਿੰਘ ਜਦੋਂ ਪਾਠ ਕਰਕੇ ਹਟਿਆ, ਕੋਈ ਤਕਰੀਬਨ 7:30 8 ਦਾ ਸਮਾਂ ਸੀ, ਕਹਿੰਦਾ ਮਾਤਾ ਤੈਨੂੰ ਕਿਸੇ ਨੇ ਨਹੀਂ ਲੈਣ ਆਉਣਾ, ਤੂੰ ਸੱਚ ਦੱਸ ਤੂੰ ਕਿੱਥੋਂ ਆਈ ਹੈ? ਮਾਤਾ ਦੱਸੇ ਨਾ। ਫਿਰ ਗ੍ਰੰਥੀ ਸਿੰਘ ਨੇ ਪੁਲਿਸ ਵਾਲਿਆਂ ਨੂੰ ਸੱਦਿਆ। ਪੁਲਿਸ ਵਾਲੇ ਆਏ। ਪੁਲਿਸ ਵਾਲੇ ਕਹਿੰਦੇ ਨੇ ਮਾਤਾ ਕਿੱਥੋਂ ਆਈ ਏ, ਕੌਣ ਏ ਤੂੰ, ਤੂੰ ਨਾਂ ਦੱਸ, ਤੇਰੇ ਕਿਹੜੇ ਪਿੰਡ ਏ? ਜਦੋਂ ਮਾਤਾ ਨੂੰ ਸੁਣਿਆ ਵੀ ਪੁਲਿਸ ਵਾਲੇ ਆਏ ਨੇ ਤਾਂ ਮਾਤਾ ਡਰਦੀ ਸਗੋਂ ਨਾ ਦੱਸੇ ਵੀ ਮੇਰੇ ਪੁੱਤਰ ਨੂੰ ਫੜ ਲੈਣਗੇ, ਮਾਰਨਗੇ। ਮਾਤਾ ਮੰਨੇ ਨਾ। ਮਾਤਾ ਕਹਿੰਦੀ ਲੈ ਜਾਏਗਾ ਮੈਨੂੰ। ਪੁਲਿਸ ਵਾਲੇ ਕਹਿੰਦੇ ਮਾਤਾ ਤੈਨੂੰ ਅੱਖਾਂ ਤੋਂ ਦਿਸਦਾ ਨਹੀਂ, ਹਨੇਰਾ ਬਹੁਤ ਹੋ ਗਿਆ, ਕਿੱਥੇ ਜਾਏਂਗੀ? ਮਾਤਾ ਦੇ ਨਾਲ ਘੰਟਾ ਡੇਢ ਜਪਦੇ ਰਹੇ। ਜਦੋਂ ਮਾਤਾ ਨੇ ਨਾਂ ਦੱਸਿਆ, ਆਖਰ ਨੂੰ ਤਰਲਾ ਤੁਰਲਾ ਮਾਰ ਕੇ ਮਾਤਾ ਨੂੰ ਮਨਾਇਆ। ਮਾਤਾ ਨੇ ਪੇਕਿਆਂ ਦਾ ਨਾਂ ਦੱਸਿਆ, ਪੁੱਤਰ ਦਾ ਫਿਰ ਵੀ ਨਹੀਂ ਦੱਸਿਆ। ਬਚਾਉਂਦੀ ਆਪਣੇ ਪੁੱਤਰਾਂ ਨੂੰ। ਪੇਕਿਆਂ ਦਾ ਦੱਸਿਆ, ਪੇਕੇ ਜਾ ਕੇ ਪਤਾ ਕੀਤਾ ਵੀ ਕਿੱਥੋਂ ਦੀ ਮਾਤਾ। ਫਿਰ ਉਸ ਪਿੰਡ ਗਏ। ਉਸ ਪਿੰਡ ਗਏ ਜਾ ਕੇ ਫਿਰ ਪੁੱਤਰਾਂ ਨੂੰ ਕੁੱਟਿਆ ਚੰਗਾ ਪੁਲਿਸ ਵਾਲਿਆਂ ਨੇ। ਕਹਿੰਦੇ ਸ਼ਰਮ ਨਹੀਂ ਆਉਂਦੀ? 3 ਪੁੱਤਰ ਸਨ, ਤਿੰਨਾਂ ਚੋਂ ਇੱਕ ਨੇ ਵੀ ਨਹੀਂ ਰੱਖਿਆ ਅੰਨੀ ਮਾਤਾ ਨੂੰ। ਉਹੀ ਮਾਤਾ ਹੈ ਜਿਹੜੀ ਗਿੱਲੇ ਥਾਂ ਤੇ ਆਪ ਪੈਂਦੀ ਤੇ ਸੁੱਕੇ ਥਾਂ ਤੇ ਬੱਚੇ ਨੂੰ ਪਾਉਂਦੀ। ਪਰ ਵੇਖ ਲਓ ਬੱਚਿਆਂ ਦਾ ਹਾਲ। ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋਲਦੇ, ਬਿਨ ਮਾਵਾਂ ਤੋਂ ਕਾਵੀ ਟੁਕੜੇ ਖੋ ਲੈਂਦੇ। ਮਾਵਾਂ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ, ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਓਏ ਲੋਕੋ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ। ਲੱਖ ਵੇਖੋ ਚਾਚੀਆਂ ਤਾਈਆਂ ਹੁਣ ਪਰ ਮਾਂ ਆਈ। ਮਾਤਾ ਨੂੰ ਜਦੋਂ ਮਾਤਾ ਨੂੰ ਘਰ ਲੈ ਕੇ ਪੁੱਤਰਾਂ ਨੂੰ ਕੁੱਟਿਆ, ਸਾਰੇ ਪੁੱਤਰ ਬਾਹਰ ਕੱਢਤੇ। ਪੁਲਿਸ ਵਾਲੇ ਕਹਿੰਦੇ ਵੀ ਅਸੀਂ ਨਹੀਂ ਤੁਹਾਨੂੰ ਅੰਦਰ ਵਾੜਨਾ, ਮਾਤਾ ਹੀ ਮਾਲਕ ਹੈ। ਫਿਰ ਆਲੇ ਦੁਆਲੇ ਪਿੰਡਾਂ ਦੇ 3-4 ਸਰਪੰਚ ਇਕੱਠੇ ਕਰਕੇ ਫਿਰ ਫੈਸਲਾ ਹੋਇਆ ਲਿਖਤੀ ਰੂਪ ਦੇ ਵਿੱਚ ਵੀ ਜਿੰਨਾ ਚਿਰ ਮਾਤਾ ਜਿਉਂਦੀ, ਮਾਤਾ ਘਰ ਦੀ ਮਾਲਕ ਹੈ। ਪਰ ਵੇਖ ਲਓ ਪੁੱਤਰਾਂ ਦਾ ਹਾਲ, ਅੱਜ ਕੱਲ ਦੁਨੀਆ ਕੈਸੀ ਹੋ ਗਈ। ਧੰਨ ਮਾਤਾ ਗੁਜਰ ਕੌਰ ਵੀ ਏ ਜਿਹੜੇ ਛੋਟੇ ਛੋਟੇ ਪੋਤਿਆਂ ਨੂੰ ਲਈ ਫਿਰਦੀ ਏ। ਮੀਂਹ ਪੈਂਦਾ ਸੀ ਉਸ ਵੇਲੇ, ਮੀਂਹ ਠੰਡ ਦਾ ਸਮਾਂ, ਤੇ ਸਾਹਿਬਜ਼ਾਦੇ ਪੁੱਛਦੇ ਨੇ ਮਾਤਾ ਨੂੰ, ਉਹ ਕਿੱਥੇ ਨੂੰ ਅੰਮੀਏ ਜਾਵਾਂਗੇ, 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 ਕਿੱਥੇ ਨੂੰ ਅੰਮੀਏ ਜਾਵਾਂਗੇ। ਉਹ ਜਿੱਥੇ ਲੈ ਜਾਵੇ ਕਰਤਾ, ਉਹ ਜਿੱਥੇ ਲੈ ਜਾਵੇ ਕਰਤਾ, ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਉਹ ਲੈ ਜਾਵੇ ਕਰਤਾ, ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਲੈ ਜਾਵੇ ਕਰਤਾ, ਉੱਥੇ ਨੂੰ ਲਾਲੋ ਜਾਵਾਂਗੇ, ਉੱਥੇ ਨੂੰ ਲਾਲੋ ਜਾਵਾਂਗੇ। ਵੇਖੋ ਪਰ ਅੱਜ ਕੱਲ ਦੇ ਨੌਜਵਾਨ ਭੁੱਲਦੇ ਜਾਂਦੇ ਨੇ ਵੀ ਸਾਡੇ ਇਤਿਹਾਸ ਕੀ ਹੈ। ਵਜੀਦਾ ਕਹਿੰਦਾ ਸੀ ਸਾਹਿਬਜ਼ਾਦਿਆਂ ਨੂੰ, ਕਹਿੰਦਾ ਸਿੱਖੀ ਛੱਡ ਦਿਓ, ਬੜਾ ਕੁਝ ਮਿਲੇਗਾ, ਰਾਜ ਮਿਲੇਗਾ।
ਬੇਗਮਾਂ ਮਿਲਣਗੀਆਂ, ਐਸ਼ ਕਰੋਗੇ, ਸਾਰਾ ਕੁਝ ਮਿਲੇਗਾ। ਜਦੋਂ ਸ਼ਹੀਦ ਕਰਤਾ ਨਾ, ਸ਼ਹੀਦ ਕਰਨ ਤੋਂ ਬਾਅਦ ਜਦੋਂ ਸਰਹੰਦ ਦੀ ਨੀਹਾਂ ਦੀਵਾਰ ਡਿੱਗ ਪਈ, ਜਦੋਂ ਦੀਵਾਰ ਡਿੱਗਣ ਤੋਂ ਬਾਅਦ ਵੀ ਵਜੀਦਾ ਕਹਿੰਦਾ ਇਹਨਾਂ ਦੀਆਂ ਤਲੀਆਂ ਚੱਸੋ ਤਲੀਆਂ। ਜਦੋਂ ਤਲੀਆਂ ਝੱਸੀਆਂ ਤਾਂ ਸਾਹਿਬਜ਼ਾਦਿਆਂ ਨੂੰ ਫੇਰ ਪੁੱਛਿਆ, ਕਹਿੰਦੇ ਛੱਡ ਦੋ ਸਿੱਖੀ, ਬਚਾ ਲਾਂਗੇ ਫੇਰ ਤੁਹਾਨੂੰ। ਬੋਲਿਆ ਨਹੀਂ ਜਾਂਦਾ ਸਾਹਿਬਜ਼ਾਦਿਆਂ ਤੋਂ, ਪਰ ਇਸ਼ਾਰਾ ਕਰਤਾ, ਕਹਿੰਦੇ ਨਹੀਂ, ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਉਹ ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਮੇਰਾ, ਸਿੱਖੀ ਸਿਦਕ ਨਾ ਜਾਵੇ। ਹਾਂਜੀ, ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ ਜੀ ਮੇਰਾ, ਸਿੱਖੀ ਸਿਦਕ ਨਾ ਜਾਵੇ। ਸਾਹਿਬਜ਼ਾਦੇ ਕਹਿੰਦੇ ਸਨ ਵੀ ਸਿਰ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ। ਅੱਜ ਕੱਲ ਦੇ ਨੌਜਵਾਨ ਕਹਿੰਦੇ ਨੇ ਸਿਰ ਜਾਵੇ ਪਰ ਦਾੜੀ ਦਾ ਵਾਲ ਨਾ ਆਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਦਾੜੀ ਦਾ ਵਾਲ ਨਾ ਜੇ, ਭਾਵੇਂ ਸਾਡਾ ਸਿਰ ਤੁਰ ਜੇ, ਕੇਸ ਨਾ ਰੱਖਣੇ ਪੈਣ। ਪਰ ਵੇਖੋ ਜਿਵੇਂ ਦੋ ਸਿੰਘ ਦਾੜੀ ਕੱਟੀਆਂ ਵਾਲੇ ਗਏ ਪਾਕਿਸਤਾਨ, ਕਹਿੰਦੇ ਪੁਰਾਣਾ ਪਿੰਡ ਵੇਖਣਾ, ਪੁਰਾਣਾ ਪਿੰਡ ਵੇਖਣਾ। ਜਦੋਂ ਪਿੰਡ ਵੇਖਣ ਗਏ, ਉੱਥੇ ਬਜ਼ੁਰਗ ਮਿਲੇ, ਕਹਿੰਦੇ ਕਿੱਥੋਂ ਆਏ ਜੇ? ਕਹਿੰਦੇ ਪੰਜਾਬ ਤੋਂ। ਉਹ ਕਹਿੰਦੇ ਦੁਰ ਫਿੱਟੇ ਮੂੰਹ ਤੁਹਾਡੇ। ਉਹ ਕਹਿੰਦਾ ਕਿਉਂ ਜੀ? ਆਂਦਾ ਜੇ ਤੁਸੀਂ ਦਾੜੀਆਂ ਕਟਾਣੀਆਂ ਸਨ ਫਿਰ ਉੱਥੇ ਕੀ ਲੈਣ ਗਏ ਸੀ? ਇੱਥੇ ਹੀ ਰਹਿ ਜਾਂਦੇ, ਮੁਸਲਮਾਨ ਬਣ ਜਾਂਦੇ। ਜੇ ਦਾੜੀਆਂ ਕਟਾਣੀਆਂ ਸਨ ਫਿਰ ਕਿਉਂ ਵੰਡ ਕੀਤੀ? ਭੁੱਖੇ ਕਿਉਂ ਮਰੇ? ਆਪਣਾ ਘਰ-ਬਾਰ ਕਿਉਂ ਛੱਡਿਆ? ਕਹਿੰਦਾ ਫਿਰ ਇੱਥੇ ਹੀ ਰਹਿ ਜਾਣਾ ਸੀ। ਪਰ ਗੁਰਮੁਖੋ ਸਮਝਣਾ ਚਾਹੀਦਾ, ਸਾਧ ਸੰਗਤ ਦੇ ਵਿੱਚ ਆ ਕੇ ਕੋਈ ਲਾਹਾ ਲਈਏ, ਨਿਰਾ ਪੂਰਾ ਸਿਰ ਨਾ ਮਾਰ ਦਈਏ। ਹਾਂਜੀ ਹਾਂਜੀ, ਜੇ ਆਪਾਂ ਇੱਥੋਂ ਕੁਝ ਲੈ ਕੇ ਜਾਵਾਂਗੇ ਤਾਂ ਹੀ ਫਾਇਦਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇੱਥੇ ਆਪ ਅਕਾਲ ਪੁਰਖ ਵਾਹਿਗੁਰੂ ਵਸਦਾ। ਇਹ ਉਹਦਾ ਹੀ ਉਪਦੇਸ਼ ਹੋ ਰਿਹਾ ਵੀ ਉਹਦੇ ਤੱਕ ਪਹੁੰਚਣ ਲਈ ਰਾਸਤੇ। ਮਾਫ ਕਰਿਓ, ਗੁੱਸਾ ਨਾ ਕਰਿਓ, ਪਰ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਵਾਸਤੇ ਲਾਲ ਵਾਰੇ ਨੇ। ਕਿਸੇ ਦਾ ਪੁੱਤਰ ਤੁਰ ਜੇ ਨਾ ਜਵਾਨ ਤੇ ਰੋ ਰੋ ਬੁਰਾ ਹਾਲ ਹੋ ਜਾਂਦਾ, ਪਰ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁੱਤ ਚਾਰ। ਕਿਹੜਾ ਬਾਪ ਕਹਿੰਦਾ ਲਾਲ ਨੀਹਾਂ ਚ ਚਿਣਾ ਦਿਆਂ, ਜਿਗਰ ਦੇ ਟੋਟਿਆਂ ਨੂੰ ਜੰਗ ਚ ਕਟਾ ਦਿਆਂ। ਧੰਨ ਬਾਜਾਂ ਵਾਲਿਆ ਵੱਡੀਆਂ ਕਮਾਈਆਂ ਨੇ, ਧਰਮ ਲਈ ਜਾਨਾਂ ਪੁੱਤਾਂ ਦੀਆਂ ਲਾਈਆਂ ਨੇ। ਧੰਨ ਬਾਜਾਂ ਵਾਲਿਆ ਵੱਡੀਆਂ ਕਮਾਈਆਂ। ਕੋਈ ਕਿਸੇ ਦਾ ਚੇਲਾ ਹੈ, ਕੋਈ ਕਿਸੇ ਦਾ ਚੇਲਾ ਹੈ, ਪਰ ਗੁਰੂ ਮਹਾਰਾਜ ਦਾ ਕੋਈ ਚੇਲਾ ਨਹੀਂ ਹੈਗਾ। ਆਪਾਂ ਸਾਧਾਂ ਸੰਤਾਂ ਦੇ ਜ਼ਿਆਦਾ ਚੇਲੇ ਆ। ਹਾਂਜੀ, ਤੁਸੀਂ ਕਿੱਥੋਂ ਅੰਮ੍ਰਿਤ ਛਕਿਆ ਸੀ? ਫਲਾਣੇ ਬਾਬਿਆਂ ਤੋਂ। ਪਰ ਕੋਈ ਇਹ ਨਹੀਂ ਕਹਿੰਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅੰਮ੍ਰਿਤ ਛਕਿਆ। ਕੋਈ ਕਿਸੇ ਡੇਰੇ ਦਾ ਚੇਲਾ, ਕੋਈ ਕਿਸੇ ਡੇਰੇ ਦਾ ਚੇਲਾ। ਮਾਫ ਕਰਿਓ, ਕੋਈ ਲੌਕਟ ਪਾਈ ਫਿਰਦਾ, ਕੋਈ ਕੀ ਪਾਈ ਫਿਰਦਾ, ਪਰ ਨਹੀਂ ਹੋਇਆ ਤੇ ਨਾ ਕੋਈ ਹੋਣਾ।
पिता दशमेश वर्गा ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा सारी संगत बोलो होया ते कोई होना ना कोई होया ते होया ते ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा ना कोई होया ते ना कोई होना। पिता दशमेश वर्गा ना कोई होया। पिता दशमेश होया ते ना कोई होना। पिता दशमेश वर्गा ना कहूँ अब की नात कहूँ जब की अगर ना होते गुरु गोबिंद ਸਿੰਘ ਤੋਂ ਸੁਨਤ ਹੋਤੀ ਸਭ ਕੀ ਸਾਰਿਆਂ ਨੇ ਮੁਸਲਮਾਨਾਂ ਦੇ ਘਰ ਭਾਂਡੇ ਮਾਂਜਣੇ ਸੀ ਅੱਜ ਜੇ ਮਾਰ ਕਲਗੀਧਰ ਜੀ ਨਾ ਪੁੱਤਰ ਵਾਰ ਦੇ। ਕਿਸੇ ਦੇ ਹੋ ਜੀਏ ਜਿਉਂਦੇ ਜੀ ਕਿਸੇ ਦਾ ਲੜ ਫੜ ਲਈਏ। ਜੇ ਲੜ ਫੜਿਆ ਹੋਏਗਾ ਤਾਂ ਮਹਾਰਾਜ ਰੱਖ ਲੇਗਾ। ਜੇ ਕਿਸੇ ਦਾ ਲੜ ਨਹੀਂ ਫੜਿਆ ਤਾਂ ਉਹਨੇ ਧੱਕੇ ਹੀ ਖਾਣੇ ਨੇ। ਇੱਕ ਬੰਦੇ ਨੇ ਸਾਰੀ ਉਮਰ ਮਾਇਆ ਜੋੜੀ ਜੋੜਦਾ ਗਿਆ ਬਾਹਲਾ ਹੀ ਸੂਮ ਬੰਦਾ ਕੰਜੂਸ ਬੰਦਾ। ਇੱਕ ਕਮਰਾ ਪਾਇਆ ਉਹਨੇ ਇੱਕ ਛੋਟਾ ਜਿਹਾ ਕੋਠਾ ਜਿਹਾ ਛੱਤ ਕੇ ਉਹਦੇ ਵਿੱਚ ਰਹਿੰਦਾ। ਕਦੇ ਸਵੇਰੇ ਰੋਟੀ ਖਾ ਲਈ ਰਾਤ ਨੂੰ ਨਾ ਖਾਧੀ ਕਦੀ ਦੁਪਹਿਰੇ ਖਾ ਲਈ ਟਾਈਮ ਪਾਸ ਕਰੀ ਜਾਂਦਾ ਤੇ ਰੁਪਈਆ ਜੋੜਦਾ। ਸਰੀਰ ਬਿਲਕੁਲ ਸੁੱਕਿਆ ਹੋਇਆ ਕਿਸੇ ਨੂੰ ਰੁਪਈਆ ਨਹੀਂ ਦਿੰਦਾ ਕੋਈ ਪੁੰਨ ਨਹੀਂ ਕਰਦਾ ਕੋਈ ਦਾਨ ਨਹੀਂ ਕਰਦਾ। ਚਲੋ ਜੀ ਸਾਰੀ ਉਮਰ ਜੋੜਦਿਆਂ ਕਰੋੜਾਂ ਰੁਪਈਆ ਜੋੜਿਆ ਕੋਈ ਕਿਸੇ ਨੂੰ ਜਮਾ ਵੀ ਨਾ ਕਰਾਇਆ। ਜਿਹੜਾ ਕੋਠਾ ਪਾਇਆ ਉਹਦੇ ਥੱਲੇ ਹੀ ਖੱਡਾ ਕੱਢਿਆ ਹੋਇਆ ਇੱਕ ਵੱਡਾ ਸਾਰਾ ਉੱਥੇ ਹੀ ਸੁੱਟੀ ਜਾਂਦਾ ਸਾਰਾ ਕੁਝ ਉੱਥੇ ਹੀ ਸੁੱਟੀ ਜਾਂਦਾ। ਜਦੋਂ ਉਮਰ ਬੀਤਦੀ ਗਈ ਇੱਕ ਦਿਨ ਆ ਬੜੇਪਾ ਆਇਆ। ਜਦੋਂ ਬੜੇਪੇ ਨੇ ਆਣ ਕੇ ਆਵਾਜ਼ ਦਿੱਤੀ ਹੌਲੀ ਹੌਲੀ ਹੁਣ ਤੁਰਿਆ ਵੀ ਨਹੀਂ ਜਾਂਦਾ ਉੱਥੇ ਹੀ ਬੈਠ ਗਿਆ ਥੋੜਾ ਬਾਦਾ ਪ੍ਰਸ਼ਾਦਾ ਖਾਈ ਜਾਂਦਾ। ਫਿਰ ਇੱਕ ਦਿਨ ਆ ਜਮਾ ਨੇ ਆਵਾਜ਼ ਦਿੱਤੀ ਕਹਿੰਦੇ ਉੱਠ ਬਈ ਚੱਲ ਭਾਈ। ਕਹਿੰਦਾ ਤੁਸੀਂ ਕੌਣ ਜੇ? ਕਹਿੰਦੇ ਅਸੀਂ ਜਮਰਾਜ ਦੇ ਦੂਤ ਆ ਧਰਮਰਾਜ ਦੇ ਦੂਤ ਆ। ਉਹ ਕਹਿੰਦਾ ਇੱਥੇ ਕੀ ਕਰਨ ਆਏ ਜੇ? ਕਹਿੰਦੇ ਤੈਨੂੰ ਲੈਣ ਆਏ ਆ। ਉਹ ਕਹਿੰਦਾ ਮੈਂ ਤੇ ਨਹੀਂ ਜਾਂਦਾ। ਆਂਦੇ ਜਾਂਦਾ ਤੇ ਤੂੰ ਕਿਵੇਂ ਨਹੀਂ ਜਾਣਾ ਤੇ ਪੈਣਾ ਹੀ ਹੈ। ਉਹ ਕਹਿੰਦਾ ਜੀ ਮੈਂ ਕਰੋੜਾਂ ਰੁਪਈਆ ਜੋੜਿਆ ਉਹਦਾ ਕੀ ਬਣੇਗਾ? ਉਹ ਕਹਿੰਦੇ ਉੱਥੇ ਨਹੀਂ ਚੱਲਣੇ ਉਹ ਮਾਇਆ ਇਹ ਨਹੀਂ ਉੱਥੇ ਚੱਲਦੀ ਨਾਲ। ਉੱਥੇ ਜੇ ਤੂੰ ਕੋਈ ਚੰਗਾ ਕਰਮ ਕੀਤਾ ਉਹ ਵੀ ਨਾਲ ਜਾਏਗਾ। ਕਹਿੰਦਾ ਜੀ ਮੈਨੂੰ ਛੱਡ ਦਿਓ ਮੇਰੇ ਤੋਂ 25% ਮਾਇਆ ਲੈ ਲਓ 100 ਚੋਂ 25 ਹਿੱਸੇ ਮਾਇਆ ਲੈ ਲਓ। ਉਹ ਕਹਿੰਦੇ ਸਾਡੇ ਮਾਇਆ ਕੰਮ ਦੀ ਨਹੀਂ ਅਸੀਂ ਇਹਦਾ ਕੀ ਕਰੀਏ? ਉਹ ਕਹਿੰਦਾ ਅੱਧੀ ਲੈ ਲਓ ਅੱਧੀ ਮੇਰੇ ਕੋਲ ਰਹਿਣ ਦਿਓ ਮੈਨੂੰ ਛੱਡ ਦਿਓ। ਉਹ ਕਹਿੰਦੇ ਤੂੰ ਚੁੱਪ ਕਰਕੇ ਚੱਲ ਅਸੀਂ ਨਹੀਂ ਇਹ ਸਾਡੇ ਕੰਮ ਦੀ ਕੋਈ ਨਹੀਂ ਹੈਗੀ ਮਾਇਆ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ। कबीर कौड़ी कौड़ी जोर के जोरे लाख करो चलती बार ना कछ मिलियो लई लंगोटी तो ਕੌਡੀ ਕੌਡੀ ਜੋੜ ਕੇ
ਉਹੀ ਗੱਲ ਉਹ ਬੰਦੇ ਵਾਲੀ ਕਬੀਰ ਜੀ ਕਹਿੰਦੇ ਕੌਡੀ ਕੌਡੀ ਜੋੜੀ ਨਾਲ ਕੁਛ ਵੀ ਨਾ ਗਿਆ। ਉਹ ਕਹਿੰਦਾ ਜੀ ਐਂ ਕਰੋ ਮੇਰੇ ਤੋਂ ਸਾਰੀ ਮਾਇਆ ਲੈ ਲਓ, ਮੈਨੂੰ ਕੋਈ 4-5 ਸਾਲ ਹੋਰ ਜਿਉਣ ਵਾਸਤੇ ਦੇ ਦਿਓ। ਉਹ ਕਹਿੰਦੇ ਨਹੀਂ, ਇਹ ਨਹੀਂ ਚੱਲਣਾ ਕੰਮ। ਉਹ ਕਹਿੰਦੇ ਇੱਕ ਆਪਸ਼ਨ ਹੈਗੀ ਏ, ਇੱਕ ਹੱਲ ਹੈਗਾ। ਕਹਿੰਦਾ ਛੇਤੀ ਦੱਸੋ ਕੀ ਹੱਲ ਏ। ਕਹਿੰਦਾ ਜੇ ਕਿਸੇ ਗੁਰੂ ਪੀਰ ਨੂੰ ਧਿਆਉਣਾ ਹੈ ਤੇ ਉਹਨੂੰ ਯਾਦ ਕਰ ਲਾ, ਉਹ ਹਾਮੀ ਭਰ ਦੇ, ਉਹ ਤੈਨੂੰ ਲੈ ਜੇ ਤੇ ਅਸੀਂ ਚਲੇ ਜਾਂਦੇ ਆ। ਉਹ ਕਹਿੰਦਾ ਜੀ ਮੈਂ ਤਾਂ ਕਿਸੇ ਨੂੰ ਮੰਨਿਆ ਹੀ ਕੋਈ ਨਹੀਂ। ਕਹਿੰਦੇ ਵੇਖ ਲਾ ਕਿਸੇ ਨੂੰ ਵੀ ਨਹੀਂ ਮੰਨਿਆ। ਜਿਵੇਂ ਗੁਰੂ ਅਮਰਦਾਸ ਜੀ ਨੇ ਦੇਵੀ ਦੀਆਂ ਯਾਤਰਾ ਕਰਦੇ ਰਹੇ, ਇੱਕ ਸਾਧੂ ਮਿਲਿਆ, ਉਹਦੇ ਸਾਧੂ ਨਾਲ ਵਾਰਤਾਲਾਪ ਹੁੰਦੀ ਸੀ ਹੋਈ ਗੁਰੂ ਅਮਰਦਾਸ ਜੀ ਦੀ। ਗੁਰੂ ਅਮਰਦਾਸ ਜੀ ਨੇ ਬੜੀ ਸੇਵਾ ਕੀਤੀ ਸਾਧੂ ਦੀ। ਤਾਂ ਸਾਧੂ ਕਹਿੰਦਾ ਹੈ ਸਿੱਖਾ ਇਹ ਗੱਲ ਦੱਸ, ਗੁਰੂ ਕਿਹੜਾ ਧਾਰਿਆ ਤੂੰ ਕਿਹੜੇ ਗੁਰੂ ਦਾ ਚੇਲਾ? ਧੰਨ ਹੋ ਗੁਰੂ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਗੁਰੂ ਤਾਂ ਕੋਈ ਧਾਰਿਆ ਹੀ ਕੋਈ ਨਹੀਂ। ਤਾਂ ਸਾਧੂ ਗੁੱਸੇ ਹੋ ਗਿਆ, ਕਹਿੰਦਾ ਮੇਰੀ ਤਾਂ ਸਾਰੀ ਕੀਤੀ ਕਮਾਈ ਖਰਾਬ ਹੋ ਗਈ, ਮੈਂ ਤੇਰੇ ਨਗੁਰੇ ਹੱਥੋਂ ਪ੍ਰਸ਼ਾਦਾ ਛਕ ਲਿਆ। ਤਾਂ ਫਿਰ ਉਹਨਾਂ ਨੂੰ ਸੱਟ ਲੱਗੀ ਤਾਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਿਆ। ਗੱਲਾਂ ਲੰਮੀਆਂ ਨੇ, ਉਹੀ ਗੱਲ ਹੋ ਗਈ। ਉਹ ਜੰਮ ਕਹਿੰਦੇ ਵੀ ਗੁਰੂ ਪੀਰ ਨੂੰ ਯਾਦ ਕਰ ਲਾ। ਕਹਿੰਦੇ ਮੇਰਾ ਤੇ ਕੋਈ ਨਹੀਂ। ਕਹਿੰਦਾ ਮੈਂ ਤਾਂ ਮਾਇਆ ਨੂੰ ਪੂਜਦਾ ਰਿਹਾ। ਕਹਿੰਦੇ ਫਿਰ ਉਸ ਦੇਵੀ ਨੂੰ ਯਾਦ ਕਰ ਲੈ ਜੇ ਉਹ ਹਾਮੀ ਭਰਦੀ ਹੈ। ਉਹਨੇ ਯਾਦ ਕੀਤਾ, ਦੇਵੀ ਪ੍ਰਗਟ ਹੋ ਗਈ ਮਾਇਆ। ਲక్ష్ਮੀ ਮਾਤਾ ਕਹਿੰਦੀ ਹਾਂਜੀ ਦੱਸੋ। ਤਾਂ ਉਹ ਸੇਵਕ ਕਹੋ ਜਿਹੜਾ ਉਹ ਭਗਤ ਸੀ ਮਾਤਾ ਲక్ష్ਮੀ ਦਾ, ਜਿਹੜਾ ਸਾਰੀ ਉਮਰ ਜੋੜਦਾ ਰਿਹਾ, ਕਹਿੰਦਾ ਮਾਤਾ ਮੈਨੂੰ ਬਚਾ ਹੁਣ। ਕਹਿੰਦੀ ਮੈਂ ਕਿਵੇਂ ਬਚਾਵਾਂ? ਕਹਿੰਦਾ ਕਿਉਂ? ਕਹਿੰਦਾ ਮੈਂ ਤੁਹਾਡੀ ਇੰਨੀ ਪੂਜਾ ਕਰਦਾ ਰਿਹਾ। ਕਹਿੰਦੀ ਪੂਜਾ ਠੀਕ ਏ, ਪਰ ਕਹਿੰਦੀ ਸਾਰੀ ਉਮਰ ਮੈਨੂੰ ਤੂੰ ਥੱਲੇ ਦੱਬੀ ਰੱਖਿਆ। ਜੇ ਕੋਈ ਪੁੰਨ ਦਾਨ ਕਰਦਾ, ਕਿਸੇ ਭਲੇ ਕੰਮ ਤੇ ਲਾਉਂਦਾ, ਮੈਂ ਤੈਨੂੰ ਬਚਾਉਂਦੀ, ਫਿਰ ਮੈਂ ਤੈਨੂੰ ਬਚਾਉਂਦੀ। ਸਾਰੀ ਉਮਰ ਤਾਂ ਤੂੰ ਕੋਈ ਚੰਗਾ ਕੰਮ ਕੀਤਾ ਨਹੀਂ, ਖੋਇਆ ਹੀ ਇਹ ਲੋਕਾਂ ਤੋਂ, ਕਿਸੇ ਨੂੰ ਕੁਝ ਦਿੱਤਾ ਤੇ ਨਹੀਂ। ਸਾਰੀ ਉਮਰ ਹੀ ਬੰਦਾ ਪਰਮੇਸ਼ਰ ਤੋਂ ਮੰਗਦਾ ਰਹਿੰਦਾ। ਵੇਖੋ ਰੱਜਦਾ ਫਿਰ ਨਹੀਂ। ਤਾਂ ਜਮਾ ਨੇ ਕਿਹਾ ਹੁਣ ਚੱਲ। ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਾਨੂ ਹਾਂ ਨਾਮ ਤੇਰੇ ਸੰਗ ਸਹਾਈ। ਫਿਰ ਲੈ ਕੇ ਜਾਮ ਕੁੱਟਦੇ ਲੈ ਜਾਂਦੇ ਨੇ। ਮਾਰ ਜਮਾ ਦੀ ਚੱਲੀ ਨਹੀਂ ਹੋ ਜਾਣੀ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਹਾਂ ਬੁਰੀ ਮਾਰ ਓਏ ਮਨਾ, ਮਾਰ ਓਏ ਮਨਾ। ਬੁਰੀ ਮਾਰ ਓਏ ਮਨਾ, ਮਾਰ ਓਏ ਮਨਾ। ਮਾਰ ਓਏ ਮਨਾ, ਬੁਰੀ ਮਾਰ ਓਏ ਮਨਾ। ਬੁਰੀ ਮਾਰ ਓਏ ਮਨਾ, ਮਾਰ ਓਏ ਮਨਾ। ਮਾਰ ਓਏ ਮਨਾ, ਬੁਰੀ ਮਾਰ ਓਏ ਮਨਾ। ਓਏ ਮਨਾ, ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ ਓਏ ਮਨਾ। ਚੱਲੀ ਜਾਣੀ ਨਾ। कबीर जाम का ठेंगा बुरा है वो नहीं सह्या, ਜਾਏ एक जो साधु मोहे मिलियो तेरे लिए आग चल। ਲਾਏ। ਕਹਿੰਦੇ ਜਮਾਂ ਦੀ ਮਾਰ ਬੁਰੀ ਏ, ਪਰ ਜੇ ਸਾਧੂ ਮਿਲ ਜਿਓ ਪੱਲੇ ਨਾ ਲਾ ਲੈਵੇ ਤੇ ਬਚਾ ਲੈਂਦਾ। ਇੱਕ ਹੀ ਸਾਧੂ ਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
ਗੁਰੂ ਗ੍ਰੰਥ ਸਾਹਿਬ ਵੀ ਸਾਧੂ ਏ, ਇਹਦੇ ਤੋਂ ਵੱਡਾ ਕੋਈ ਸਾਧੂ ਨਹੀਂ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੇ ਸਿੱਖਾ ਤੂੰ ਗੁਰੂ ਨੂੰ ਮੰਨੇਗਾ ਹੀ ਬਚਾਏਗਾ, ਕਿਸੇ ਬਾਬੇ ਨੇ ਨਹੀਂ ਬਚਾਉਣਾ ਤੈਨੂੰ। ਰਾਜੇ ਪ੍ਰੀਸ਼ਦ ਦੀ ਗੱਲ ਕਰਦੇ ਸੀ। ਰਾਜਾ ਪ੍ਰੀਸ਼ਦ ਗੁੱਸੇ 'ਚ ਆ ਕੇ ਸਾਧੂ ਦੇ ਗਲ 'ਚ ਸੱਪ ਪਾਤਾ ਮਰਿਆ ਹੋਇਆ। ਤਾਂ ਰਾਜਾ ਪ੍ਰੀਸ਼ਦ ਅੱਗੇ ਚਲੇ ਗਿਆ। ਜਿਹੜਾ ਸਾਧੂ ਦਾ ਚੇਲਾ ਸੀ ਸ਼ਰੰਗੀ, ਉਹਨੇ ਆ ਕੇ ਵੇਖਿਆ ਵੀ ਸਾਧੂ ਦੇ ਗਲ 'ਚ ਸੱਪ ਏ ਮਰਿਆ ਹੋਇਆ, ਇਹ ਕੌਣ ਪਾ ਗਿਆ? ਉਹ ਤੁਹਾਨੂੰ ਸਾਧੂ ਏ ਜਿਹੜਾ ਚੁੱਪ ਕਰਕੇ ਬੈਠਾ, ਉਹਨੇ ਫਿਰ ਵੀ ਨਾ ਗੌਲਿਆ। ਉਹਨੇ ਜਦੋਂ ਗੌਲਿਆ ਨਾ, ਸ਼ਰਿੰਗੀ ਨੇ ਆਣ ਕੇ ਦੇਖਿਆ, ਕਹਿੰਦਾ ਵੀ ਇਹ ਕੌਣ ਪਾ ਗਿਆ ਸੱਪ। ਸ਼ਰਿੰਗੀ ਨੂੰ ਪਤਾ ਸੀ ਵੀ ਸਾਧੂ ਨੇ ਬੋਲਣਾ ਨਹੀਂ, ਇਹਨੇ ਬੋਲਣਾ ਨਹੀਂ ਤੇ ਮੈਂ ਕੁਛ ਨਾ ਕੁਛ ਕਰਾਂ। ਫਿਰ ਕਹਿੰਦੇ ਜਿਹੜਾ ਸਾਧੂ ਦਾ ਚੇਲਾ ਸੀ, ਉਹਨੇ ਹੱਥ 'ਚ ਜਲ ਲੈ ਕੇ ਸ਼ਰਾਪ ਦਿੱਤਾ। ਸ਼ਰਾਪ ਇਹ ਦੇ ਦਿੱਤਾ, ਕਹਿੰਦਾ ਜਿਹੜਾ ਵੀ ਸਾਡੇ ਸਾਧੂ ਦੇ ਗਲ 'ਚ ਸੱਪ ਪਾ ਕੇ ਗਿਆ ਉਹ ਕੱਲ ਤੱਕ ਜਿਉਂਦਾ ਨਹੀਂ ਰਹੇਗਾ, ਉਹਨੂੰ ਸੱਪ ਨਾਲ ਹੀ ਮਰ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਟਲਦਾ ਨਹੀਂ ਬਚਨ ਜਦੋਂ ਸਾਧੂ, ਅਸਲ ਸਾਧੂ ਬਚਨ ਕਰ ਦੇਵੇ। ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਫਿਰ ਨਹੀਂ ਬਿਰਥਾ ਜਾਂਦਾ। ਪਹਿਲਾਂ ਤਾਂ ਸਾਧੂ ਬੋਲਿਆ ਕੋਈ ਨਹੀਂ, ਆਪਣੇ ਅਪਮਾਨ ਹੋਣ ਤੇ ਜਦੋਂ ਨੇ ਸ਼ਰਿੰਗੀ ਦਾ ਸ਼ਰਾਪ ਸੁਣਿਆ ਵੀ ਮੇਰੇ ਚੇਲੇ ਨੇ ਰਾਜੇ ਨੂੰ ਸ਼ਰਾਪ ਦੇ ਦਿੱਤਾ, ਇੱਕੋ ਦਮ ਉੱਠ ਖਲੋਤਾ। ਅਸਲ ਸਾਧੂ ਨੂੰ ਆਪਣੀ ਪਰਵਾਹ ਨਹੀਂ ਹੁੰਦੀ, ਉਹਨੂੰ ਦੂਜਿਆਂ ਦੀ ਪਰਵਾਹ ਹੁੰਦੀ ਹੈ। ਉੱਠ ਕੇ ਖੜਾ ਹੋ ਗਿਆ, ਕਹਿੰਦਾ ਇਹ ਕੀ ਕੀਤਾ ਤੂੰ? ਇਹ ਨਹੀਂ ਸੀ ਕਰਨਾ। ਫਿਰ ਆਪਣੇ ਤੇ ਰਾਜੇ 'ਚ ਕੀ ਫਰਕ ਰਹਿ ਗਿਆ? ਤਾਂ ਸ਼ਰਿੰਗੀ ਕਹਿੰਦਾ ਜੀ ਹੁਣ ਤਾਂ ਬਚਨ ਨਿਕਲ ਗਿਆ, ਹੁਣ ਮੇਰੇ ਹੱਥ ਵੱਸ ਵੀ ਕੋਈ ਨਹੀਂ। ਤਾਂ ਸਾਧੂ ਜਲਦੀ ਜਲਦੀ ਰਾਜੇ ਦੇ ਮਹਿਲਾਂ ਵੱਲ ਚੱਲ ਪਿਆ। ਰਾਜੇ ਦੇ ਮਹਿਲਾਂ 'ਚ ਪਹੁੰਚਿਆ। ਜਾਨੂ ਰਾਜਾ ਵੀ ਮਹਿਲ 'ਚ ਪਹੁੰਚ ਚੁੱਕਿਆ ਸੀ। ਜਦੋਂ ਰਾਜੇ ਨੇ ਸਿਰ ਤੋਂ ਮੁਕਟ ਲਾਇਆ, ਕਿਉਂਕਿ ਕਾਲ ਦਾ ਵਚਨ ਸੀ ਜਿੱਥੇ ਸੋਨਾ ਹੋਏਗਾ ਉੱਥੇ ਮੈਂ ਵੀ ਹੋਵਾਂਗਾ। ਜਦੋਂ ਰਾਜੇ ਨੇ ਮੁਕਟ ਲਾਇਆ ਤਾਂ ਉਹਦੀ ਮੱਤ ਵਾਪਸ ਆ ਗਈ। ਰਾਜਾ ਕਹਿੰਦਾ ਇਹ ਕੀ ਗਲਤੀ ਹੋ ਗਈ, ਭੁੱਲ ਹੋ ਗਈ ਮੇਰੇ ਤੋਂ। ਕਹਿੰਦਾ ਮੈਂ ਇੱਕ ਸਾਧੂ ਦੇ ਗਲ 'ਚ ਸੱਪ ਪਾਇਆ, ਮੈਂ ਤਾਂ ਹੁਣ ਪਾਪੀ ਹੋ ਗਿਆ, ਮੈਂ ਕਿਵੇਂ ਇਹ ਪਾਪ ਬਖਸ਼ਾਵਾਂ। ਸੋਚਦਾ ਮਨ 'ਚ। ਸਾਧੂ ਵੀ ਮਹਿਲ ਲਾਲ ਨੂੰ ਚੱਲਿਆ ਆਉਂਦਾ ਤਾਂ ਰਾਜਾ ਕਹਿੰਦਾ ਹੁਣ ਮੈਂ ਸਾਧੂ ਨੂੰ ਮਿਲਾਂ ਤੇ ਜਾ ਕੇ ਮਾਫੀ ਮੰਗਾ ਜਾ ਕੇ। ਤਾਂ ਰਾਜਾ ਮਹਿਲ 'ਚੋਂ ਚੱਲ ਪਿਆ, ਬਾਹਰ ਨਿਕਲਿਆ। ਜਾਨੂ ਗੇਟ ਤੇ ਸਾਧੂ ਵੀ ਪਹੁੰਚ ਗਿਆ। ਜਦੋਂ ਸਾਧੂ ਪਹੁੰਚਿਆ, ਸਾਧੂ ਕਹਿੰਦਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਰਾਜਾ ਕਹਿੰਦਾ ਮੈਂ ਵੀ ਕਰਨੀ ਹੈ। ਕਹਿੰਦਾ ਜੀ ਮੈਂ ਤੁਹਾਡੇ ਤੋਂ ਮਾਫੀ ਮੰਗਣੀ ਹੈ। ਤਾਂ ਸਾਧੂ ਕਹਿੰਦਾ ਰਾਜਨ, ਮਾਫੀਆਂ ਮੂਫੀਆਂ ਵਾਲੀ ਗੱਲ ਹੁਣ ਦੂਰ ਰਹਿ ਗਈ ਹੈ, ਹੁਣ ਮੇਰੀ ਗੱਲ ਸੁਣ ਲੈ। ਇੱਕ ਮੇਰੇ ਚੇਲੇ ਨੇ ਤੈਨੂੰ ਸ਼ਰਾਪ ਦੇ ਦਿੱਤਾ ਵੀ ਤੂੰ ਸੱਪ ਨਾਲ ਸੱਪ ਲੜ ਕੇ ਮਰੇਗਾ, ਤੈਨੂੰ ਤਸ਼ਕ ਨਾਗ ਨੇ ਡਸਣਾ ਤੇ ਤੂੰ ਮਰ ਜਾਣਾ। ਵੀ ਹੁਣ ਬਚਨ ਪੂਰਾ ਹੋਏਗਾ, ਜਿਵੇਂ ਹੋ ਸਕਦਾ ਉਵੇਂ ਬਚਾ ਕਰ ਲਾ। ਰਾਜਾ ਡਰ ਗਿਆ। ਰਾਜਾ ਕਹਿੰਦਾ ਜੀ ਕੋਈ ਉਪਾਅ ਦੱਸੋ। ਕਹਿੰਦੇ ਹੁਣ ਨਹੀਂ ਕੋਈ ਉਪਾਅ ਹੈਗਾ, ਹੁਣ ਕੋਈ ਉਪਾਅ ਨਹੀਂ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਭਾਵੇਂ ਚੰਦਰਮਾ ਨਾਸ ਹੋ ਜਾਵੇ, ਸਾਧੂਆਂ ਦਾ ਬੋਲ ਨਾ ਟਲੇ। ਸਾਧੂ ਬੋਲੇ ਸਹਿ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਰਾਜਾ। ਬਿਰਥਾ ਨਹੀਂ ਸੀ ਨਾ ਜਾਣਾ। ਸਾਧੂ ਕਹਿੰਦਾ ਹੁਣ ਕੋਈ ਉਪਾਅ ਨਹੀਂ ਹੈਗਾ। ਰਿਸ਼ੀ ਜੀ ਕਹਿੰਦੇ ਹੁਣ ਤੂੰ ਤਿਆਰੀ ਕਰ ਲੈ, ਕੱਲ ਤੂੰ ਚੜ੍ਹਾਈ ਕਰੇਂਗਾ। ਤਾਂ ਹੁਣ ਮੌਤ ਤੋਂ ਤਾਂ ਹਰੇਕ ਨੂੰ ਡਰ ਲੱਗਦਾ। ਆਪਾਂ ਨੂੰ ਵੀ ਜਦੋਂ ਕੋਈ ਕਹਿ ਦੇ ਵੀ ਹੁਣ ਤੈਨੂੰ ਕੈਂਸਰ ਦੀ ਤਿਆਰੀ ਕਰ ਲਾ, ਫਿਰ ਆਪਾਂ ਭੱਜ ਕੇ ਜਾ ਕੇ ਅੰਮ੍ਰਿਤ ਛਕਨੇ ਆ ਵੀ ਹੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਹੁਣ ਮੇਰੀ ਵਾਰੀ ਆਉਣ ਵਾਲੀ, ਹੁਣ ਮੈਨੂੰ ਰੱਖ ਲਿਓ। ਫਿਰ ਆਪਾਂ ਸੌਦੇ ਕਰਨ ਲੱਗ ਜਾਂਦੇ ਆ। ਰਾਜੇ ਨਾਲ ਵੀ ਉਹੀ ਗੱਲ ਹੋਈ। ਜਦੋਂ ਰਾਜੇ ਨੂੰ ਪਤਾ ਲੱਗਿਆ ਵੀ ਕੱਲ ਨੂੰ ਸ਼ਰਾਪ ਦਾ ਦਿਨ ਹੈ, ਤਾਂ ਉਹਨੇ ਰਿਸ਼ੀਆਂ ਮੁਨੀਆਂ ਨੂੰ ਸੱਦਿਆ
ਕਹਿੰਦੇ ਕੋਈ ਉਪਾਏ ਕਰੋ ਵੀ ਜਿਹਦੇ ਨਾਲ ਮੇਰੀ ਜ਼ਿੰਦਗੀ ਬਚ ਜੇ, ਜਿਹਦੇ ਨਾਲ ਮੇਰਾ ਬਚਾਅ ਹੋ ਸਕੇ। ਰਿਸ਼ੀ ਮੁਨੀ ਕਹਿੰਦੇ ਸ਼ਰਾਬ ਤਾਂ ਟਲਣਾ ਔਖਾ ਹੈ, ਪਰ ਐਂ ਕਰ ਤੂੰ ਗੰਗਾ ਦੇ ਵਿੱਚ ਸ਼ੀਸ਼ੇ ਦਾ ਇੱਕ ਕਮਰਾ ਜਿਹਾ ਬਣਾ ਲਾ, ਜਿੱਥੋਂ ਤੈਨੂੰ ਹਰੇਕ ਚੀਜ਼ ਆਉਂਦੀ ਜਾਂਦੀ ਦਿਸੇ। ਤੇ ਜੇ ਉਹ ਸਾਰੇ ਦਿਨ ਦੇ ਵਿੱਚ ਤੈਨੂੰ ਸੱਪ ਨਾ ਦੱਸਿਆ, ਤੈਨੂੰ ਆਉਂਦਾ ਜਾਂਦਾ ਸਭ ਕੁਝ ਦਿਸੇਗਾ, ਤਾਂ ਸ਼ਾਇਦ ਇਹ ਸ਼ਰਾਬ ਟਲ ਜੇ। ਇਹ ਗੱਲ ਜਦੋਂ ਦੱਸੀ ਤਾਂ ਰਾਜੇ ਨੇ ਜਲਦੀ ਜਲਦੀ ਹੁਕਮ ਦੇ ਦਿੱਤਾ, ਕਹਿੰਦੇ ਸ਼ੀਸ਼ੇ ਦਾ ਇੱਕ ਕਮਰਾ ਤਿਆਰ ਕਰ ਦਿਓ ਤੇ ਗੰਗਾ ਨਦੀ ਦੇ ਵਿੱਚ ਉਹਦਾ ਪ੍ਰਵੇਸ਼ ਕਰੋ। ਚਲੋ ਜੀ, ਸ਼ੀਸ਼ੇ ਦਾ ਤਿਆਰ ਕਰਕੇ ਕਮਰਾ ਰਾਜਾ ਵਿੱਚ ਬੈਠ ਗਿਆ। ਕੀੜੀ ਵੀ ਆਉਂਦੀ ਦਿਸਦੀ ਉਹਦੇ ਵਿੱਚ, ਜੇ ਕੀੜੀ ਵੀ ਆ ਰਹੀ ਤਾਂ ਵੀ ਦਿਸਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਜਾ ਬੈਠਾ ਰਿਹਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਰਿਹਾ। ਸਮਾਂ ਬੀਤਦਾ ਗਿਆ, ਬੀਤਦਾ ਗਿਆ। ਜਦੋਂ ਸਮਾਂ ਬੀਤਦਾ ਗਿਆ ਤਾਂ ਸ਼ਾਮ ਹੋਈ ਤਾਂ ਰਾਜਾ ਸੋਚਦਾ ਵੀ ਹੁਣ ਸ਼ਾਇਦ ਸ਼ਰਾਬ ਟਲ ਗਿਆ, ਵੀ ਹੁਣ ਟਲ ਗਿਆ। ਰਿਸ਼ੀ ਮੁਨੀ ਵੀ ਕਹਿੰਦੇ ਹੁਣ ਲੱਗਦਾ ਟਲ ਗਿਆ ਸ਼ਰਾਬ। ਐਂ ਕਰੋ ਰਾਜਾ ਜੀ, ਲਓ ਆ ਗਲ 'ਚ ਮਾਲਾ ਪਾਓ, ਆ ਫੁੱਲਾਂ ਦੀ ਮਾਲਾ ਹੈ, ਗਲ 'ਚ ਪਾ ਲਓ ਤੇ ਕੁਝ ਫੁੱਲ ਮੱਥੇ ਨੂੰ ਲਾ ਕੇ ਗੰਗਾ 'ਚ ਪ੍ਰਵਾਹ ਕਰ ਦਿਓ। ਜਿਹੜਾ ਸ਼ਰਾਬ ਸੀ ਵੀ ਤਸ਼ਕਨਾਗ ਲੜ ਕੇ ਮਰੇਗਾ। ਤਸ਼ਕਨਾਗ ਵੀ ਇੱਕ ਦੇਵਤਾ ਹੈ ਹਿੰਦੂਆਂ ਦੇ ਅਨੁਸਾਰ। ਤਸ਼ਕਨਾਗ ਵੀ ਇੱਕ ਦੇਵਤਾ ਹੈ। ਉਹ ਜਿਹੜਾ ਤਸ਼ਕਨਾਗ ਦੇਵਤਾ ਸੀ, ਉਹਨੇ ਛੋਟਾ ਜਿਹਾ ਕਿਰਮ ਬਣ ਕੇ ਨਾ, ਛੋਟਾ ਜਿਹਾ ਕੀੜਾ ਬਣ ਕੇ ਫੁੱਲਾਂ ਦੇ ਵਿੱਚ ਹੀ ਬੈਠ ਗਿਆ। ਮਲਕਲ ਮੌਤ ਜਾਪ ਸੀ ਸਭ ਦਰਵਾਜ਼ੇ ਭੰਨ। ਫਿਰ ਜਦੋਂ ਦਰਵਾਜ਼ੇ ਭੰਨ ਕੇ ਆ ਜਾਂਦੀ ਹੈ, ਤਾਂ ਛੋਟਾ ਜਿਹਾ ਕਿਰਮ ਬਣ ਕੇ ਬੈਠਾ ਹੈ। ਛੋਟਾ ਜਿਹਾ ਕਿਰਮ ਬਣ ਕੇ ਬੈਠ ਗਿਆ ਤੇ ਰਾਜੇ ਨੇ ਜਦੋਂ ਮੱਥੇ ਨੂੰ ਫੁੱਲ ਲਾਏ, ਜਦ ਹੀ ਸੱਪ ਪ੍ਰਗਟ ਹੋ ਗਿਆ ਤੇ ਮੱਥੇ ਮਾਰਿਆ ਡੰਗ ਮਾਰਤਾ ਜਦ ਹੀ, ਤੇ ਰਾਜਾ ਚੜਾਈ ਕਰ ਗਿਆ। ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ, ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ, ਮੌਤ ਦਾ ਫਰਿਸ਼ਤਾ, ਹਾਂ ਮੌਤ ਦਾ ਫਰਿਸ਼ਤਾ। ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ। ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ, ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ। ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ। ਉਹ ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ, ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ। ਦਰਵਾਜ਼ੇ ਭਾਵੇਂ ਬੰਦ ਕਰ ਲਈ, 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 ਦਰਵਾਜ਼ੇ ਭਾਵੇਂ ਬੰਦ ਕਰ ਲਈ। ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ, ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ। ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ। ਮੌਤ ਦਾ ਫਰਿਸ਼ਤਾ ਫੜ ਕੇ, ਲੈ ਜੂ ਮੌਤ ਦਾ ਫਰਿਸ਼ਤਾ ਫੜ ਕੇ। ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ, ਦਰਵਾਜ਼ੇ ਭਾਵੇਂ ਬੰਦ ਕਰ ਲਈ। ਮਲਕਲ ਮੌਤ ਜਾਬ ਸੀ ਸਭ ਦਰਵਾਜ਼ੇ ਭੰਨ। ਉਹਨੇ ਆ ਜਾਣਾ ਮੌਤ ਨੇ। ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਵੇਖੋ ਇਹ ਜਿਹੜੀਆਂ ਕਹਾਣੀਆਂ ਨੇ ਨਾ, ਇਹ ਪੁੱਤ ਸਪੁੱਤ ਕਰਦੀਆਂ, ਬੰਦੇ ਨੂੰ ਸਿੱਧੇ ਰਾਹ ਪਾਉਂਦੀਆਂ ਨੇ। ਪਰ ਸਮਝਣਾ ਨਾ ਸਮਝਣਾ ਉਹ ਬੰਦੇ ਦੇ ਹੱਥ ਹੈ। ਸਮਝ ਜਾਗੇ ਤੇ ਸਾਰਾ ਕੁਛ ਹੀ ਹੈ। ਸਮਝ ਗਏ ਤਾਂ ਰੌਲਾ ਕਿਆ, ਰਾਮ ਰਹੀਮ ਤੋਂ ਮੌਲਾ ਕਿਆ। ਫਿਰ ਸਾਰੀ ਸਮਝ ਆ ਜਾਂਦੀ ਹੈ। ਆਓ
ਸਾਰੀ ਸੰਗਤ ਨੂੰ ਬੇਨਤੀ ਵੀ 5 ਮਿੰਟ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਮਾਤਾ ਜਸਬੀਰ ਕੌਰ ਦੇ ਨਿਮਿਤ, ਤਾਂ ਕਿ ਮਹਾਰਾਜ ਉਹਨਾਂ ਨੂੰ ਚਰਨੀ ਲਾਣ। ਆਓ ਸਾਰੇ ਜਣੇ ਜਾਪ ਕਰੀਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। हे गुरु सतनाम वाहेगुरु, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। सतनाम वाहेगुरु, 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 सतनाम वाहेगुरु। ਆਓ ਮਹਾਰਾਜ ਸਾਹਿਬ ਦੀ ਹਾਜ਼ਰੀਆਂ ਪ੍ਰਵਾਨ ਕਰਨ। ਕਥਾ ਕਰਦਿਆਂ ਕੀਰਤਨ ਕਰਦਿਆਂ ਅਨੇਕਾਂ ਤਰ੍ਹਾਂ ਦੇ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀ ਬਖਸ਼ਣ ਯੋਗ ਨੇ, ਸੰਗਤ ਬਖਸ਼ਣ ਯੋਗ ਹੈ। ਆਓ ਆਨੰਦ ਸਾਹਿਬ ਦੇ ਵਿੱਚ ਹਾਜ਼ਰੀ ਲਵਾਈਏ। ਉਪਰੰਤ ਅਰਦਾਸਾਂ ਬੇਨਤੀਆਂ ਦੇ ਵਿੱਚ ਹਾਜ਼ਰੀ ਲਵਾ ਕੇ ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦਾ ਜ਼ਰੂਰ ਛਕਣਾ ਹੈ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਰਦਾਈਆਂ। ਰਾਗ ਰਤਨ ਪਰਵਾਰ ਪਰੇ, ਸ਼ਬਦ ਗਾਵਣ ਆਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜੀਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆਤਮ ਸਦਾ ਰਹੋ ਹਰ ਨਾਲੇ। ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾਤੀ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਿਆ ਨਹੀਂ ਕਰਤੇ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹਾ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਲੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ। ਨਾਮ ਮੇਰਾ ਆਧਾਰੂ ਕਲਾਜਿਤ ਕਰਤਾਰਿਆ। ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਝ ਦਿਨ ਕੋ ਸੇ। ਨਾਮ
ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਤੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ। ਦਿਸ ਰਾਤ ਦੋਇ ਦਾਈ ਦਾਇਆ ਕੇ ਲਹਿ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਦੂਰ। ਹਰ ਵੀ ਆਪੋ ਆਪਣੀ ਕੇਲੇ ਰਹਿ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਗੱਜ ਕੇ ਬੁਲਾਵੇ ਸੋ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ।